Well, मेरा ख्याल है भी सानू प्राउड होना चाहिए या भी अच्छा। फर्स्ट टाइम या इवन एक इंडियन वुमन इंडियन बैकग्राउंड ਦੀ ਇੰਨੀ ਫਾਰ ਆ ਗਈ ਆ ਇੰਨੀ ਤਰੱਕੀ ਉਹਨਾਂ ਨੇ ਕੀਤੀ ਆ। ਕਮਾਲਾ ਜੇਡੀ ਹੈਰਿਸ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਆਉਣ ਨਾਲ ਕੋਈ ਫਰਕ ਤੁਹਾਨੂੰ ਨਜ਼ਰ ਆਉਂਦਾ ਵੀ ਪਊ? I think ਬਹੁਤ ਫਰਕ ਹੋਗਾ because ਅੱਜ ਤੱਕ ਕੋਈ ਔਰਤ ਇੰਨੀ ਵੱਡੀ ਟਿਕਟ ਤੇ ਕਦੇ ਆਈ ਨਹੀਂ, ਸਪੈਸ਼ਲੀ ਕੋਈ ਸਾਊਥ ਏਸ਼ੀਅਨ ਜਾਂ ਕੋਈ ਅਫਰੀਕਨ ਅਮਰੀਕਨ ਔਰਤ ਕਦੇ ਆਈ ਨਹੀਂ ਹੈ। ਸੋ ਕਮਾਲਾ ਹੈਰਿਸ ਐਕਚੁਅਲੀ ਜਿਹੜੀ ਨਿਊਜ਼ ਕੱਲ੍ਹ ਉਹਨਾਂ ਨੇ ਅਨਾਉਂਸ ਕੀਤੀ ਆ ਬਹੁਤ ਇੰਸਪਾਇਰਿੰਗ ਨਿਊਜ਼ ਆ ਐਂਡ ਬਹੁਤ ਐਕਚੁਅਲੀ ਵੈਰੀ ਇੰਪੋਰਟੈਂਟ ਫੈਸਲਾ ਸੀ ਮਿਸਟਰ ਬਾਈਡਨ ਦਾ। ਜਿਹੜੀ ਬਹੁਤ ਜ਼ਿਆਦਾ ਬੈਕਗਰਾਉਂਡ ਹੈ, ਜਿਹੜੀ ਬੈਕਗਰਾਉਂਡ ਸੀ ਉਹ ਜੰਮੇ ਪਲੇ ਕਿੱਥੋਂ ਜਾਂ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਿੱਥੋਂ ਆਏ? Yeah, so actually ਕਈ ਲੋਕੀ ਜਾਣਦੇ ਨਹੀਂ ਹੈਗੇ ਬਟ ਕਮਾਲਾ ਹੈਰਿਸ ਐਕਚੁਅਲੀ ਹਾਫ ਇੰਡੀਅਨ ਆ। ਅੱਛਾ। ਹਾਫ ਜਮੈਕਨ ਆ। ਉਹਨਾਂ ਦੀ ਮਮ ਜਿਹੜੀ ਸੀ ਉਹ ਇੰਡੀਅਨ ਆਈ ਥਿੰਕ ਮਦਰਾਸ ਤੋਂ ਆਈ ਆ। ਜਦੋਂ ਓਬਾਮਾ ਨੂੰ ਵੋਟਾਂ ਪਈਆਂ ਸੀ ਭਾਵੇਂ ਉਹ ਕਿਹੋ ਜਿਹੀ ਮਰਜ਼ੀ ਸੀ, ਉਹ ਵਾਈਸ ਪ੍ਰੈਜ਼ੀਡੈਂਟ ਨੂੰ ਵੇਖਦੇ ਹੋਏ ਉਹਨਾਂ ਨੂੰ ਵੋਟਾਂ ਨਹੀਂ ਪਈਆਂ। No. ਜੇ ਹੁਣ ਇੱਕ ਸਟਰੋਂਗ ਔਰਤ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਲਿਆ ਕੇ ਅਸੀਂ ਖੜੀ ਵੀ ਕਰਤੀ, ਉਹਦੇ ਨਾਲ ਜਿਹੜੀ ਜੋ ਬਾਈਡਨ ਦੀ ਪਪੂਲੈਰਿਟੀ ਨੂੰ ਫਰਕ ਕਿਵੇਂ ਪੈ ਸਕਦਾ ਹੈ? ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਕੋਈ ਵੀ ਕੰਟਰੀ ਦੇ ਵਿੱਚ ਦੋ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਆਪਣੇ ਆਪਣੇ ਕੋਈ ਬਹੁਤ ਫੇਥਫੁਲ ਉਹਨਾਂ ਦੇ ਫਾਲੋਅਰਸ ਹੁੰਦੇ। 33% ਉਹ ਹੁੰਦੇ ਨੇ ਜਿਹੜੇ ਕਹਿੰਦੇ ਜੋ ਮਰਜ਼ੀ ਹੋਈ ਜਾਵੇ, ਟਰੰਪ ਸਾਨੂੰ ਪਸੰਦ ਹੈ ਨਹੀਂ ਪਸੰਦ ਹੈ, ਜੋ ਵੀ ਹੈ ਅਸੀਂ ਤਾਂ ਰਿਪਬਲਿਕ ਨੂੰ ਵੋਟ ਪਾਉਣੀ ਹੈ, ਰਿਪਬਲਿਕਨ ਪਾਰਟੀ ਨੂੰ, ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ। ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਮੇਜ਼ਬਾਨ ਅੰਮ੍ਰਿਤ ਭੱਟੀ। ਦੋਸਤੋ ਅੱਜ ਜਿਹੜਾ ਪਹਿਲਾ ਸੈਗਮੈਂਟ ਹੈਗਾ ਉਹ ਨਿਊਜ਼ ਤਾਂ ਹੈ ਲੇਕਿਨ ਡਿਫਰੈਂਟ ਕਾਈਂਡ ਆਫ ਨਿਊਜ਼ ਜਿਹੜੀ ਹੈ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਖਾਸ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਕਿਤੇ ਵੀ ਰਹਿੰਦੇ ਹਾਂ, ਸਾਡੇ ਘਰ ਦੇ ਵਿੱਚ ਕੀ ਹੋ ਰਿਹਾ ਸਾਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਲੇਕਿਨ ਸਾਡੇ ਗੁਆਂਢੀਆਂ ਦੇ ਘਰ ਦੇ ਵਿੱਚ ਕੀ ਹੋ ਰਿਹਾ ਉਹਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਅੱਗ ਗੁਆਂਢੀਆਂ ਦੇ ਘਰੇ ਲੱਗੇ ਹੋਏ ਤਾਂ ਬਹੁਤ ਜ਼ਿਆਦਾ ਦੇਰ ਨਹੀਂ ਲੱਗਦੀ ਕਿ ਉਹ ਸਾਡੇ ਘਰ ਤੱਕ ਪਹੁੰਚ ਸਕਦੀ ਹੈ ਔਰ ਇਸੇ ਤਰੀਕੇ ਖੁਸ਼ੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਆਂਢੀਆਂ ਦੀਆਂ ਆਪਣੇ ਘਰ ਤੇ ਅਸਰ ਕਰਦੀਆਂ ਨੇ। ਔਰ ਜੇ ਗੱਲਾਂ ਗੁਆਂਢੀ ਦੇਸ਼ ਦੀਆਂ ਹੋਣ ਤਾਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਗੁਆਂਢੀ ਦੇਸ਼ ਸਾਡੇ ਨਾਲੋਂ ਬਹੁਤ ਜ਼ਿਆਦਾ ਪਾਵਰਫੁਲ ਵੀ ਹੋਵੇ। ਹੁਣ ਅੱਜ ਕੈਨੇਡਾ ਵਿੱਚ ਰਹਿੰਦੇ ਹੋਏ ਅਸੀਂ ਗੱਲਬਾਤ ਕਰਾਂਗੇ ਯੂਐਸ ਦੀ। ਯੂਐਸ ਦੇ ਵਿੱਚ ਇਲੈਕਸ਼ਨਸ ਬਹੁਤ ਨੇੜੇ ਆ ਰਹੀਆਂ ਨੇ। ਨਵੰਬਰ 3 2020 ਨੂੰ ਇਲੈਕਸ਼ਨਸ ਨੇ। ਮੰਨਿਆ ਕਿ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਲਪੇਟ ਵਿੱਚ ਲੈ ਰੱਖਿਆ, ਲੇਕਿਨ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਤੇ ਵੀ ਫੋਕਸ ਬਹੁਤ ਜ਼ਿਆਦਾ ਹੈ। ਜੇ ਸਿੰਪਲ ਲਫ਼ਜ਼ਾਂ ਦੇ ਵਿੱਚ ਅਮਰੀਕਾ ਦੀ ਜਿਹੜੀ ਸਾਰੀ ਰਾਜਨੀਤਿਕ ਤਾਣਾ ਬਾਣਾ ਹੈ ਉਹਨੂੰ ਸਮਝਾਇਆ ਜਾਵੇ ਤਾਂ ਉਹਦੇ ਵਿੱਚ ਤਿੰਨ ਪੱਖ ਨੇ, ਤਿੰਨ ਵੱਖਰੇ ਵੱਖਰੇ ਸ਼ਾਖਾਵਾਂ ਨੇ। ਪਹਿਲਾ ਹੈ ਜੀ ਲੈਜਿਸਲੇਟਰ, ਜਿਹਦੇ ਵਿੱਚ ਕਿ ਇੱਕ ਕਾਂਗਰਸ ਹੈ, ਸੈਨੇਟ ਹੈ ਤੇ ਨਾਲ ਦੀ ਨਾਲ ਉਹਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ। ਦੂਸਰਾ ਜਿਹੜਾ ਹੈ ਉਹਦੇ ਵਿੱਚ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਹੈ ਤੇ ਨਾਲ ਉਹਨਾਂ ਦੀ ਕੈਬਨਿਟ ਹੈ। ਤੀਸਰਾ ਜਿਹੜਾ ਉਹਨਾਂ ਦੀ ਸ਼ਾਖਾ ਬਹੁਤ ਇੰਪੋਰਟੈਂਟ ਹੈ ਉਹ ਹੈਗੀ ਹੈ ਜਿਹੜੀ ਜੁਡੀਸ਼ੀਅਲ, ਜਿਹਦੇ ਵਿੱਚ ਕੋਰਟ ਆਉਂਦੀ ਹੈ, ਇੱਕ ਫੈਡਰਲ ਕੋਰਟਸ ਆਉਂਦੀਆਂ ਨੇ ਤੇ ਨਾਲ ਸੁਪਰੀਮ ਕੋਰਟਸ ਆਉਂਦੀਆਂ। ਹੁਣ ਜਿਹੜੀ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਇਹ ਇਲੈਕਸ਼ਨਸ ਨੇ ਹਰ 4 ਸਾਲ ਬਾਅਦ ਹੋਈਆਂ ਨੇ। ਪਿਛਲੀ ਵਾਰੀ 2016 ਦੇ ਵਿੱਚ ਹੋਈ ਜਦੋਂ ਕਿ ਮਿਸਟਰ ਟਰੰਪ ਪ੍ਰੈਜ਼ੀਡੈਂਟ ਬਣੇ। ਮਿਸਟਰ ਟਰੰਪ ਜਿਹੜੇ ਨੇ ਉਹ ਰਿਪਬਲਿਕਨ ਪਾਰਟੀ ਹੈਗੀ ਹੈ, ਦੋ ਵੱਡੀਆਂ ਪਾਰਟੀਆਂ ਨੇ, ਇੱਕ ਰਿਪਬਲਿਕਨ ਤੇ ਇੱਕ ਡੈਮੋਕ੍ਰੈਟਸ। ਰਿਪਬਲਿਕਨ ਪਾਰਟੀ ਦੇ ਵਿੱਚ ਅੱਜ ਉਹ ਰੂਲ ਕਰ ਰਹੀ ਹੈ ਵਿਦ ਮਿਸਟਰ ਡੋਨਲਡ ਟਰੰਪ ਤੇ ਉਹਨਾਂ ਦੇ ਜਿਹੜੇ ਨਾਲ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਮਾਈਕ ਪੈਂਸ। ਦੂਸਰੀ ਪਾਰਟੀ ਜਿਹੜੀ ਕਈ ਵਾਰੀ ਸੱਤਾ ਦੇ ਵਿੱਚ ਆਈ ਹੈ, ਬਹੁਤ ਵਾਰੀ ਉਹ ਸੱਤਾ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਲੀਡਰਸ ਨੇ ਉਹ ਭੇਜੇ ਨੇ। ਹੁਣ ਉਹ ਪਾਰਟੀ ਦੀ ਨੁਮਾਇੰਦਗੀ ਜਦੋਂ ਪਹਿਲਾਂ ਸੀ 2016 ਤੋਂ ਪਹਿਲਾਂ ਉਦੋਂ ਮਿਸਟਰ ਓਬਾਮਾ ਕਰਦੇ ਸੀ। 2 ਵਾਰੀ ਉਹ ਟਰਮਸ ਦੇ ਵਿੱਚ ਮਿਸਟਰ ਓਬਾਮਾ ਜਿੱਤੇ ਤੇ ਉਸ ਟਾਈਮ ਜੋ ਬਾਈਡਨ ਜੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਰਹੇ। ਹੁਣ ਜੋ ਬਾਈਡਨ ਐਜ਼ ਅ ਪ੍ਰੈਜ਼ੀਡੈਂਟ ਇਲੈਕਸ਼ਨਸ ਲੜ ਰਹੇ ਨੇ ਤੇ ਉਹਨਾਂ ਨੇ ਬੜੀ ਦੇਰ ਤੋਂ ਇੱਕ ਗੱਲ ਕੀਤੀ ਸੀ ਕਿ ਮੈਂ ਵਾਈਸ ਪ੍ਰੈਜ਼ੀਡੈਂਟ ਲਈ ਕਿਸੇ ਨੂੰ ਅਨਾਊਂਸ ਕਰੂੰਗਾ, ਇੱਕ ਲੇਡੀ ਹੋਏਗੀ, ਬੜੀ ਪਾਵਰਫੁਲ ਹੋਏਗੀ। ਜਲਦੀ ਹੋਈ ਤੁਹਾਡੇ ਸਾਹਮਣੇ ਆ ਕੇ ਮੈਂ ਦੱਸਾਂਗਾ ਕਿ ਉਹ ਲੇਡੀ ਕੌਣ ਹੈ। ਔਰ ਕੱਲ੍ਹ ਉਹਨਾਂ ਨੇ ਟਿਊਜ਼ਡੇ ਨੂੰ ਇਹ ਅਨਾਊਂਸ ਕੀਤਾ ਹੈ ਕਿ ਉਹ ਲੇਡੀ ਜਿਹੜੀ ਹੈ ਉਹ ਹੋਏਗੀ ਕਮਾਲਾ ਡੇਵੀ ਹੈਰਿਸ। ਹੁਣ ਕੌਣ ਹੈ ਕਮਾਲਾ? ਅੱਜ ਤੱਕ ਥੋੜ੍ਹਾ ਬਹੁਤ ਨਾਮ ਇਹਨਾਂ ਦਾ ਸੁਣਿਆ,
ਲੇਕਿਨ ਡਿਟੇਲ ਦੇ ਵਿੱਚ ਇਹ ਜੇ ਇਸ ਇਲੈਕਸ਼ਨ ਦੇ ਪਾਰਟ ਦੇ ਵਿੱਚ ਆਉਣਗੇ ਉਹਦੇ ਨਾਲ ਫਰਕ ਕੀ ਪਊਗਾ ਕਿ ਕਿਸੇ ਖਾਸ ਵਜ੍ਹਾ ਕਰਕੇ ਚੂਜ਼ ਕੀਤੇ ਗਏ ਨੇ ਜਾਂ ਫਿਰ ਪੰਜਾਬੀ ਭਾਈਚਾਰੇ ਤੇ ਜਾਂ ਸਾਡੇ ਆਪਣੇ ਇੰਡੀਅਨ ਭਾਈਚਾਰੇ ਤੇ ਇਹਦਾ ਅਸਰ ਕੀ ਹੋਏਗਾ ਕੈਨੇਡਾ ਤੇ ਅਸਰ ਕੀ ਹੋਏਗਾ ਇੰਡੀਆ ਤੇ ਅਸਰ ਕੀ ਹੋਏਗਾ ਇਹ ਸਿਰਫ ਇੱਕ ਪ੍ਰੋਫੈਸ਼ਨਲ ਜਿਹੜੇ ਨੇ ਉਹ ਦੱਸ ਸਕਦੇ ਨੇ ਅੱਜ ਸਾਡੇ ਨਾਲ ਇੱਕ ਗੈਸਟ ਮੌਜੂਦ ਨੇ ਜੀ ਗੈਸਟ ਨੇ ਨਵਜੋਤ ਸੰਘੇੜਾ ਜੀ ਨਵਜੋਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਅਮ੍ਰਿਤ ਥੈਂਕ ਯੂ ਫॉर ਹੈਵਿੰਗ ਮੀ ਔਨ ਦ ਸ਼ੋ ਥੈਂਕ ਯੂ ਫॉर ਕਮਿੰਗ ਨਵਜੋਤ ਤੁਹਾਡੀ ਬੈਕਗ੍ਰਾਉਂਡ ਜਿਹੜੀ ਹੈ ਨਾ ਕਾਫੀ ਸਟਰੋਂਗ ਹੈ ਇੱਕ ਤਾਂ ਪੋਲੀਟੀਕਲ ਸਾਇੰਸ ਦੇ ਵਿੱਚ ਤੁਸੀਂ ਆਪਣੀ ਸਟੱਡੀ ਕੀਤੀ ਪੋਲੀਟੀਕਲ ਸਾਇੰਸ ਦੇ ਵਿੱਚ ਤੁਸੀਂ ਰਿਸਰਚ ਕਰ ਰਹੇ ਹੋ ਪੋਲੀਟੀਕਲ ਸਾਇੰਸ ਦੇ ਵਿੱਚ ਤੁਸੀਂ PhD ਕਰ ਰਹੇ ਹੋ That's ਵਾਓ right. ਐਂਡ ਤੁਸੀਂ ਬਹੁਤ ਸਾਰੇ ਕੈਂਪੇਨਸ ਦੇ ਵਿੱਚ ਹਿੱਸਾ ਬਣੇ ਕੈਨੇਡਾ ਵਿੱਚ ਅੱਜ ਅਸੀਂ ਤੁਹਾਡੇ ਕੋਲੋਂ ਕੈਨੇਡਾ ਦੀ ਬਜਾਏ US ਦੇ ਬਾਰੇ ਪੁੱਛਣਾ ਚਾਹੁੰਦੇ ਹਾਂ ਤੁਸੀਂ ਕਮਾਲਾ ਹੈਰਿਸ ਇਹਦੇ ਬਾਰੇ ਜਾਣਦੇ ਹੋ ਸਭ ਤੋਂ ਪਹਿਲਾਂ ਕਿਉਂਕਿ ਅੱਜ ਦੀ ਸਭ ਤੋਂ ਵੱਡੀ ਨਿਊਜ਼ ਇਹ ਦੁਨੀਆ 'ਚ ਇਹ ਹੈ ਜੀ ਤਾਂ ਇਹ ਦੱਸੋ ਕਿ ਕਮਾਲਾ ਹੈਰਿਸ ਹੈ ਕੌਣ So Kamala Harris actually ਜਿਹੜੀ news ਕੱਲ ਉਹਨਾਂ ਨੇ announce ਕੀਤੀ ਆ both inspiring news and both actually very important ਫੈਸਲਾ ਸੀ Mr. Biden ਦਾ so Kamala Harris actually ਉਹਨਾਂ ਦਾ ਕਾਫੀ experience ਆ ਉਹ California ਦੇ ਵਿੱਚ senator ਰਹਿ ਚੁੱਕੇ ਆ ਕਈ ਸਾਲਾਂ ਦੇ senator ਰਹਿ ਚੁੱਕੇ ਆ ਉਹਨਾਂ ਤੋਂ ਪਹਿਲਾਂ actually ਜਿਹੜਾ ਉਹਨਾਂ ਦਾ lengthy experience ਜ਼ਿਆਦਾ ਹੈਗਾ ਆ ਐਜ਼ ਡਿਸਟ੍ਰਿਕਟ ਅਟਰਨੀ ਐਂਡ ਆਲਸੋ ਜਿਹੜੇ ਪਹਿਲਾਂ ਡਿਸਟ੍ਰਿਕਟ ਅਟਰਨੀ ਤੋਂ ਸ਼ੁਰੂ ਹੋਏ ਸੀਗੇ ਉਹ ਲਾਇਰ ਹੈਗੇ ਆ ਪ੍ਰੋਸੀਕਿਊਟਰ ਹੈਗੇ ਆ ਬਾਈ ਬੈਕਗ੍ਰਾਉਂਡ ਅੱਛਾ ਐਂਡ ਸੋ ਕਈ ਸਾਲ ਉਹਨਾਂ ਨੇ ਡਿਸਟ੍ਰਿਕਟ ਅਟਰਨੀ ਸਰਵ ਕੀਤਾ ਕੈਲੀਫੋਰਨੀਆ ਦੇ ਵਿੱਚ ਸਟੇਟ ਦੇ ਵਿੱਚ ਉਹ ਤੋਂ ਬਾਅਦ ਉਹਨਾਂ ਨੇ ਸਲੋਲੀ ਰਾਈਜ਼ ਅਪ ਉਹ ਰੈਂਕਸ ਦੇ ਵਿੱਚ ਰਾਈਜ਼ ਹੋਏ ਆ ਵੈਰੀ ਗੁੱਡ ਡਿਸਟ੍ਰਿਕਟ ਅਟਰਨੀ ਤੋਂ ਲੈ ਕੇ ਅਟਰਨੀ ਜਨਰਲ ਬਣ ਗਏ ਸੀਗੇ ਕੈਲੀਫੋਰਨੀਆ ਦੇ ਜਿਹੜੇ ਜਿੱਦਾਂ ਅਸੀਂ ਕਹਿੰਦੇ ਮਿਨਿਸਟਰ ਆਫ ਜਸਟਿਸ ਕਹਿ ਸਕਦੇ ਹਾਂ ਜਿੱਦਾਂ ਕੈਨੇਡਾ 'ਚ ਅਸੀਂ ਕਹਿੰਦੇ ਹਾਂ ਜੀ ਐਂਡ ਅਟਰਨੀ ਜਨਰਲ ਤੋਂ ਬਾਅਦ ਉਹ ਫਾਈਨਲੀ ਐਕਚੁਅਲੀ ਕੈਲੀਫੋਰਨੀਆ ਸਟੇਟ ਸੈਨੇਟਰ ਵੀ ਬਣੇ ਆ ਦੈਟਸ ਪਰਫੈਕਟ ਰਾਈਟ ਉਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਬੈਕਗ੍ਰਾਉਂਡ ਹੈ ਜਿਹੜੀ ਬੈਕਗ੍ਰਾਉਂਡ ਕਿ ਉਹ ਜੰਮੇ ਪਲੇ ਕਿੱਥੋਂ ਜਾਂ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਿੱਥੋਂ ਆਏ ਉਹਦੇ ਬਾਰੇ ਥੋੜਾ ਜਿਹਾ ਜੇ ਤੁਸੀਂ ਸਾਨੂੰ ਦੱਸ ਸਕੋ so actually ਕਈ ਲੋਕੀ ਜਾਣਦੇ ਨਹੀਂ ਹੈਗੇ but Kamala Harris actually half Indian ਆ ਅੱਛਾ half Jamaican ਆ ਉਹਨਾਂ ਦੀ mom ਜਿਹੜੀ ਸੀ ਉਹ Indian I think Madras ਤੋਂ ਆਏ ਆ immigrant ਆ and ਉਹਨਾਂ ਦੇ father Jamaica ਤੋਂ ਆਏ ਆ so actually ਉਹਨਾਂ ਕੋ ਕਈ ਦੋਨੇ ਸਾਈਡ ਦੇ ਇਮੀਗ੍ਰੈਂਟਸ ਦਾ ਐਕਸਪੀਰੀਅੰਸ ਹੋਇਆ ਆ ਆਪਣੇ ਮਮ ਦੇ ਸਾਈਡ ਤੋਂ ਵੀ ਆਪਣੇ ਡੈਡ ਦੇ ਸਾਈਡ ਤੋਂ ਵੀ ਉਹ ਮਿਕਸਡ ਰੇਸ ਆ ਐਂਡ ਉਹ ਬਲੈਕ ਐਂਡ ਬੋਥ ਸਾਊਥ ਏਸ਼ੀਅਨ ਵੀ ਹੈਗੇ ਆ ਵੈਰੀ ਗੁੱਡ ਇਹ ਤਾਂ ਬਹੁਤ ਵਧੀਆ ਗੱਲ ਹੈ ਲੇਕਿਨ ਹੁਣ ਜਦੋਂ ਮਿਸਟਰ ਜੋ ਬਾਈਡਨ ਵੀ ਪੂਰੀ ਤਿਆਰੀ ਕਰ ਰਹੇ ਨੇ ਉਧਰ ਮਿਸਟਰ ਟਰੰਪ ਨੇ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ ਇਲੈਕਸ਼ਨਸ ਬਹੁਤ ਨੇੜੇ ਨੇ ਹੁਣ ਕੀ ਕਮਲਾ ਹੈਰਿਸ ਦੇ ਇਸ ਕੈਂਪੇਨ ਦੇ ਵਿੱਚ ਆਉਣ ਨਾਲ ਕੋਈ ਫਰਕ ਤੁਹਾਨੂੰ ਨਜ਼ਰ ਆਉਂਦਾ ਵੀ ਪਊਗਾ I think ਬਹੁਤ ਫਰਕ ਹੋਗਾ ਬਿਕਾਜ਼ ਅੱਜ ਤੱਕ ਕੋਈ ਔਰਤ ਇੰਨੀ ਵੱਡੀ ਟਿਕਟ ਤੇ ਕਦੇ ਆਈ ਨਹੀਂ ਹੈਗੀ ਕਦੇ ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਬਸਾਈਡਸ ਹਿਲਰੀ ਕਲਿੰਟਨ ਤੋਂ ਸਪੈਸ਼ਲੀ ਕੋਈ ਸਾਊਥ ਏਸ਼ੀਅਨ ਜਾਂ ਕੋਈ ਅਫਰੀਕਨ ਅਮਰੀਕਨ ਔਰਤ ਕਦੇ ਆਈ ਨਹੀਂ ਹੈਗੀ ਅਮਰੀਕਨ ਪੋਲਿਟਿਕਸ ਦੇ ਵਿੱਚ ਸੋ ਕਮਲਾ ਹੈਰਿਸ ਨੇ ਰੀਅਲੀ ਬਹੁਤ ਤਰੱਕੀ ਕੀਤੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਐਂਡ ਉਹ ਮਿਹਨਤ ਦੇ ਨਾਲ ਉਹ ਇਹ ਟਿਕਟ ਤੇ ਆਏ ਆ ਐਂਡ ਜੋ ਬਾਈਡਨ ਨੇ ਉਹਨਾਂ ਨੂੰ ਸਿਲੈਕਟ ਕੀਤਾ ਆ ਆਪਣੀ ਵਾਈਸ ਪ੍ਰੈਜ਼ੀਡੈਂਟ ਨੋਮੀਨੇਸ਼ਨ ਲਈ ਸੋ ਇਹਦੇ ਕਾਫੀ ਆਈ ਥਿੰਕ ਇਫੈਕਟਸ ਹੋ ਗਏ ਇੱਕ ਹੈਗਾ ਆ ਵੀ ਆਈ ਥਿੰਕ ਜੋ ਬਾਈਡਨ ਦੀ ਜਿਹੜੀ ਪੋਪੂਲੈਰਿਟੀ ਆ I hope ਹੋਰ ਵੀ ਔਰਤਾਂ ਦੇ ਨਾਲ ਰਾਈਜ਼ ਹੋਗੀ ਐਂਡ ਜ਼ਿਆਦਾ ਪੋਪੂਲਰ ਹੋ ਗਏ ਔਰਤਾਂ ਦੇ ਨਾਲ ਬਟ ਆਲਸੋ ਕਮਲਾ ਦਾ ਐਕਸਪੀਰੀਅੰਸ ਜੇ ਤੁਸੀਂ ਦੇਖਿਆ ਹੁੰਦਾ ਵੀ ਉਹ ਕਈ ਸਾਲ ਪਹਿਲਾਂ ਜਿਹੜੇ ਪਾਸਟ ਕਪਲ ਸਾਲ ਆ ਉਹਨਾਂ ਨੇ ਕਾਫੀ ਟਫ ਕ੍ਰਿਟਿਕ ਕੀਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਉਹਨਾਂ ਨੇ ਬਹੁਤ ਰਿਗਰ ਦੇ ਨਾਲ ਉਹਨਾਂ ਨੇ ਟਰੰਪ ਦੀ ਕ੍ਰਿਟਿਸਾਈਜ਼ ਕੀਤੀ ਆ ਉਹਨਾਂ ਦਾ ਰਸ਼ੀਆ ਦੇ ਵਿੱਚ ਜਿਹੜਾ ਇਨਵੋਲਵਮੈਂਟ ਸੀ ਵੀ ਉਹਨਾਂ ਦਾ ਇਨਵੈਸਟੀਗੇਸ਼ਨ ਜਦੋਂ ਕੀਤਾ ਗਿਆ ਸੀ ਕਮਲਾ ਹੈਰਿਸ ਇੱਕ ਵੈਰੀ ਸਟਰੋਂਗ ਵੌਇਸ ਸੀਗੀ ਉਸ ਦੇ ਨਾਲ ਸੋ ਆਈ ਥਿੰਕ ਉਹਨਾਂ ਨੇ ਆਲਰੇਡੀ ਡੈਮੋਨਸਟ੍ਰੇਟ ਕੀਤਾ ਆ ਵੀ ਉਹ ਕਾਫੀ ਟਫ ਪੋਲੀਟੀਸ਼ੀਅਨ
ਹੈਗੀ ਆ ਉਹ ਹੋਰ ਵੀ ਟਫ ਅਟੈਕ ਕਰ ਸਕਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਐਂਡ she's a very tough person and ਉਹ ਲਾਈਨ ਜਿਹੜੀ ਆਰਗੂਮੈਂਟ ਆ ਉਹਨਾਂ ਤੇ ਜ਼ਿਆਦਾ ਵੱਧ ਕੇ ਕ੍ਰਿਟਿਸਾਈਜ਼ ਕਰ ਸਕਦੀ ਆ ਉਹਦੇ ਐਕਸਪੀਰੀਅੰਸ ਵੈਰੀ ਗੁੱਡ ਬਟ ਨਵ ਇੱਥੇ ਨਾ ਮੇਰਾ ਇੱਕ ਕੁਐਸਚਨ ਹੈ ਓਕੇ ਜਦੋਂ ਮਿਸਟਰ ਓਬਾਮਾ ਜਿਹੜੇ ਸੀ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਾਸਤੇ ਖੜੇ ਹੋਏ ਸੀ ਉਦੋਂ ਉਹ ਮੇਨ ਫੋਕਸ ਸੀ ਜਦੋਂ ਉਹਨਾਂ ਨੇ ਜੋ ਬਾਈਡਨ ਨੂੰ ਆਪਣੇ ਵਾਈਸ ਪ੍ਰੈਜ਼ੀਡੈਂਟ ਦੇ ਲਈ ਚੂਜ਼ ਕੀਤਾ ਫੋਕਸ ਉਹ ਨਹੀਂ ਸੀਗੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲਈ ਖੜੇ ਹੁੰਦੇ ਨੇ ਬੇਸਿਕਲੀ ਲੋਕਾਂ ਦਾ ਧਿਆਨ ਸਾਰਾ ਉਹਨਾਂ ਦੇ ਕਰਕੇ ਹੁੰਦੇ ਆ ਉਹਨਾਂ ਨੂੰ ਵੋਟ ਉਹਨਾਂ ਦੇ ਕਰਕੇ ਮਿਲਦੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਕਰਕੇ ਵੋਟ ਨਹੀਂ ਮਿਲਦੀ ਜੀ ਜਦੋਂ ਓਬਾਮਾ ਨੂੰ ਵੋਟਾਂ ਪਈਆਂ ਸੀ ਭਾਵੇਂ ਉਹ ਕਿਹੋ ਜਿਹੇ ਮਰਜ਼ੀ ਸੀ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਵੇਖਦੇ ਹੋਏ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਨੋ ਜੇ ਹੁਣ ਇੱਕ ਸਟਰੋਂਗ ਔਰਤ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਲਿਆ ਕੇ ਅਸੀਂ ਖੜੀ ਵੀ ਕਰਤੀ ਉਹਦੇ ਨਾਲ ਜਿਹੜੀ ਜੋ ਬਾਈਡਨ ਦੀ ਪਪੂਲੈਰਿਟੀ ਨੂੰ ਫਰਕ ਕਿਵੇਂ ਪੈ ਸਕਦਾ ਉਹਨਾਂ ਦੇ ਇਹ ਸਵਾਲ ਦੇ ਵਿੱਚ ਕਈ ਆਨਸਰ ਹੈਗੇ ਆ ਇੱਕ ਹੈਗਾ ਆ ਵੀ ਤੁਹਾਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਦੀ ਰੋਲ ਹੁੰਦੀ ਆ ਉਹ ਕਾਫੀ ਇੰਪੋਰਟੈਂਟ ਹੁੰਦੀ ਆ ਕੈਂਪੇਨ ਦੇ ਵਿੱਚ ਕੈਂਪੇਨ ਦੀ ਜਿਹੜੀ ਗਰਾਊਂਡ ਗੇਮ ਅਸੀਂ ਕਹਿੰਦੇ ਆ ਵੀ ਮਤਲਬ ਵੋਟਰਸ ਦੇ ਨਾਲ ਇੰਗੇਜਮੈਂਟ ਕਰਨਾ ਉਹਨਾਂ ਨਾਲ ਗੱਲਬਾਤ ਕਰਨਾ ਉਹਨਾਂ ਨੂੰ ਕਨਵਿੰਸ ਕਰਨਾ ਵੀ ਸਾਡੀ ਪਾਰਟੀ ਦੇ ਵਿੱਚ ਕਿਹੜੇ ਪਾਲਿਸੀਜ਼ ਜਾਂ ਐਜੂਕੇਟ ਕਰਨਾ ਉਹ ਜਿਹੜਾ ਇੰਗੇਜਮੈਂਟ ਆ ਵਾਈਸ ਪ੍ਰੈਜ਼ੀਡੈਂਟ ਦਾ ਨਾਂ ਚੁਣਨਾ ਨਾਲੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਤੁਸੀਂ ਚੁਣਦੇ ਆ ਆਪਣੀ ਪਾਰਟੀ ਲਈ ਉਹ ਬਹੁਤ ਇੰਪੋਰਟੈਂਟ ਗੱਲ ਹੁੰਦੀ ਆ ਸੋ ਐਕਚੁਅਲੀ ਜਦੋਂ ਤੁਸੀਂ ਕੈਂਪੇਨ ਰਨ ਕਰਦੇ ਆ ਕੈਂਪੇਨ ਦੇ ਵਿੱਚ ਹੁੰਨੇ ਆ ਉਹ ਵਾਈਸ ਪ੍ਰੈਜ਼ੀਡੈਂਟ ਕਈ ਇਵੈਂਟਸ ਲੀਡ ਕਰਦੇ ਆ ਜਿੱਥੇ ਪ੍ਰੈਜ਼ੀਡੈਂਟ ਨਹੀਂ ਆ ਸਕਦੇ ਉਹ ਇਵੈਂਟਸ ਦੇ ਵਿੱਚ ਰੈਪਰੈਜ਼ੈਂਟ ਕਰਦੇ ਆ ਪਾਰਟੀ ਨੂੰ ਪਾਰਟੀ ਦੇ ਜਿਹੜੇ ਪਾਲਿਸੀਜ਼ ਆ ਉਹਨਾਂ ਦਾ ਪਲੈਟਫਾਰਮ ਕੀ ਆ ਉਹ ਵਾਈਸ ਪ੍ਰੈਜ਼ੀਡੈਂਟ ਜਿਹੜਾ ਚੁਣਿਆ ਹੁੰਦਾ ਆ ਵੈਰੀ ਇੰਪੋਰਟੈਂਟ ਵੌਇਸ ਹੁੰਦੀ ਆ ਆਵਾਜ਼ ਹੁੰਦੀ ਆ ਉਹ ਪਾਰਟੀ ਦੀ ਬਿਲਕੁਲ ਸੋ ਇਹਦਾ ਮਤਲਬ ਇਹ ਮੈਟਰ ਕਰਦਾ ਹੈ ਕਿ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿਹਨੂੰ ਨੋਮੀਨੇਟ ਕੀਤਾ ਜਾ ਰਿਹਾ ਜੀ ਇਹ ਮੈਟਰ ਕਰਦਾ ਅੱਛਾ ਇੱਕ ਨਾ ਖਾਸ ਗੱਲ ਮੈਂ ਅਜੀਬ ਜਿਹਾ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਤੋਂ ਮਿਸਟਰ ਓਬਾਮਾ ਜਦੋਂ ਸੀਗੇ ਪਹਿਲੇ ਉਸ ਟਾਈਮ ਗੱਲ ਹੋ ਰਹੀ ਸੀ ਕਿ ਪਹਿਲੇ ਕੋਈ ਹੋਰ ਨੈਸ਼ਨੈਲਿਟੀ ਦੇ ਸਿਆਹ ਮੂਲ ਦੇ ਬਲੈਕ ਕਮਿਊਨਿਟੀ ਦੇ ਵਿੱਚੋਂ ਇੱਕ ਬੰਦਾ ਜਿਹੜਾ ਪ੍ਰੈਜ਼ੀਡੈਂਟ ਬਣੇਗਾ ਤੇ ਉਦੋਂ ਇਹ ਗੱਲਾਂ ਬਾਤਾਂ ਬਹੁਤ ਜ਼ਿਆਦਾ ਨੇੜੇ ਹੋ ਕੇ ਲੋਕ ਕਰ ਰਹੇ ਸੀ ਵੀ ਆਈ ਕਿਵੇਂ ਹੋ ਸਕਦਾ ਇਹ ਤਾਂ ਪਹਿਲਾਂ ਲੋਕ ਗੁਲਾਮ ਸੀ ਗੁਲਾਮ ਤੋਂ ਸਿੱਧਾ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾ ਦੇਣਾ ਆਈ ਤਾਂ ਹੋ ਹੀ ਨਹੀਂ ਸਕਦਾ ਉਹਨਾਂ ਨੇ ਇਸ ਚੀਜ਼ ਨੂੰ ਬੈਲੈਂਸ ਕਰਨ ਦੇ ਵਾਸਤੇ ਕਿਉਂਕਿ ਉਹਨਾਂ ਕੋਲੇ ਹੋਰ ਵੀ ਬਹੁਤ ਸਾਰੇ ਵੱਖਰੇ ਮੂਲ ਦੇ ਲੋਕ ਸੀਗੇ ਕਈ ਵਾਰੀ ਇਹ ਲੱਗਦਾ ਸੀ ਕਿ ਉਹਨਾਂ ਨੇ ਬੈਲੈਂਸ ਕਰਨ ਦੇ ਵਾਸਤੇ ਜੋ ਬਾਈਡਨ ਨੂੰ ਵਾਈਸ ਪ੍ਰੈਜ਼ੀਡੈਂਟ ਰੱਖਿਆ ਹੁਣ ਜੋ ਬਾਈਡਨ ਕਿਉਂਕਿ ਜੇ ਵਾਈਸ ਪ੍ਰੈਜ਼ੀਡੈਂਟ ਹੈ ਉਹ ਹਮੇਸ਼ਾ ਇੱਕ ਪੌੜੀ ਹੁੰਦੀ ਹੈ ਟੂ ਗੋ ਟੂ ਦਾ ਪ੍ਰੈਜ਼ੀਡੈਂਟ 2 ਟਰਮਸ ਤੋਂ ਬਾਅਦ ਓਬਾਮਾ ਜੀ ਚਲੇ ਗਏ ਹੁਣ ਜੋ ਬਾਈਡਨ ਜਿਹੜੇ ਨੇ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜ ਰਹੇ ਨੇ ਹੁਣ ਇਹਨਾਂ ਨੇ ਕੀ ਫਿਰ ਤੋਂ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਇੱਕ ਨਾਲ ਤਾਂ ਸਿਆਹ ਮੂਲ ਦੇ ਲੋਕ ਸਾਰੇ ਬਲੈਕ ਕਮਿਊਨਿਟੀ ਜੁੜ ਗਈ ਕਮਾਲਾ ਹੈਰਿਸ ਔਰ ਉੱਪਰੋਂ ਜਿਹੜੀ ਹੈ ਨਾਲ ਦੀ ਨਾਲ ਇੰਡੀਅਨ ਕਮਿਊਨਿਟੀ ਜੁੜ ਗਈ ਕਮਾਲਾ ਦੇਵੀ ਹੈਰਿਸ ਸੋ ਇਹ ਦੋ ਚੀਜ਼ਾਂ ਜੇ ਆਪਾਂ ਸਹੀ ਮਾਇਨਿਆਂ 'ਚ ਮੇਰੇ ਕੋਲ ਜਿਹੜਾ ਡਾਟਾ ਨਾ ਨਾਨ ਹਿਸਪੈਨਿਕ ਜਿਹੜੇ ਨੇ ਵਾਈਟ ਨੇ ਉਹ ਹੈਗੇ ਨੇ 63% ਅਮਰੀਕਾ 'ਚ ਹਿਸਪੈਨਿਕ ਤੇ ਲੈਟਿਨ ਹੈਗੇ ਨੇ 15% ਉਦੋਂ ਘੱਟ ਆਉਂਦੇ ਨੇ ਬਲੈਕ ਤੇ ਅਫਰੀਕਨ ਜਿਹੜੇ 13.4% ਉਹਨਾਂ ਦੀ ਪਾਪੂਲੇਸ਼ਨ ਦੇ ਤੇ ਏਸ਼ੀਅਨ ਹੈਗੇ ਨੇ 5.9 ਜੇ ਇਹਨਾਂ ਦੋਨਾਂ ਨੂੰ ਜੋੜ ਲਿਆ ਜਾਵੇ ਤਾਂ ਇਹ ਹਿਸਪੈਨਿਕ ਤੇ ਲੈਟਿਨ ਨਾਲੋਂ ਜ਼ਿਆਦਾ ਹੋ ਜਾਂਦੇ ਨੇ ਸੋ ਉਹਨਾਂ ਨੂੰ ਮਤਲਬ ਬੈਲੈਂਸ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਜਾਂ ਸਪੈਸ਼ਲੀ ਇਹਨਾਂ ਦੀਆਂ ਜਿਹੜੀਆਂ ਕੈਪੇਬਿਲਿਟੀਜ਼ ਨੂੰ ਦੇਖ ਕੇ ਤੇ ਇਹਨਾਂ ਨੇ ਜੋ ਅੱਜ ਤੱਕ ਕੀਤਾ ਉਹਨੂੰ ਵੇਖ ਕੇ ਇਹਨਾਂ ਨੂੰ ਇਹ ਸੀਟ ਮਿਲੀ well ਮੇਰਾ ਖਿਆਲ ਆ ਵੀ ਦੋਨੇ ਚੀਜ਼ਾਂ ਇੰਪੋਰਟੈਂਟ ਆ ਰੈਪਰੈਜ਼ੈਂਟੇਸ਼ਨ ਬਹੁਤ ਇੰਪੋਰਟੈਂਟ ਗੱਲ ਆ ਪੋਲਿਟਿਕਸ ਦੇ ਵਿੱਚ ਬਿਕਾਜ਼ ਆਫ ਕੋਰਸ ਜਿੱਦਾਂ ਤੁਸੀਂ ਹੁਣੀ ਆਪਣੇ ਸਟੈਟਿਸਟਿਕਸ ਸੁਣਾਏ ਆ ਅਮਰੀਕਾ ਪੂਰਾ ਕਾਕੇਜਨ ਨਹੀਂ ਹੈਗਾ ਪੂਰਾ ਗੋਰੇ ਨਹੀਂ ਹੈਗੇ ਸਾਰੇ ਰਾਈਟ ਸੋ ਉਹਦੇ ਵਿੱਚ ਹਿਸਪੈਨਿਕ ਵੀ ਆ ਬਲੈਕ ਕਮਿਊਨਿਟੀ ਵੀ ਕਾਫੀ ਲਾਰਜ ਆ ਵੱਡੀ ਆ ਅਮਰੀਕਾ ਦੇ ਵਿੱਚ ਹਿਸਪੈਨਿਕ ਕਮਿਊਨਿਟੀ ਏਸ਼ੀਅਨ ਕਮਿਊਨਿਟੀ ਸੋ ਉਹ ਜਿਹੜਾ ਰੈਪਰੈਜ਼ੈਂਟੇਸ਼ਨ ਆ ਆਈ ਥਿੰਕ ਵੋਟਰਸ ਜਿਹੜੇ ਆ ਉਹ ਦੇਖਣਾ ਚਾਹੁੰਦੇ ਆ ਵੀ ਆਪਣੇ ਸੈਲਫ ਨੂੰ ਉਹ ਆਪਣਾ ਤਸਵੀਰ ਆਪਣਾ ਰਿਫਲੈਕਸ਼ਨ ਉਹ ਪੋਲਿਟਿਕਸ ਦੇ ਵਿੱਚ ਦੇਖਣਾ ਚਾਹੁੰਦੇ ਆ ਅਸੀਂ ਰੈਡੀ ਆ ਉਹ ਗੱਲਾਂ ਲਈ ਰਾਈਟ ਸੋ ਆਈ ਥਿੰਕ ਰੈਪਰੈਜ਼ੈਂਟੇਸ਼ਨ ਇੰਪੋਰਟੈਂਟ ਹੈਗਾ ਪਹਿਲਾਂ ਤੋਂ ਮਿਸਟਰ ਬਾਈਡਨ ਨੇ ਕਿਹਾ ਸੀ ਮੈਂ ਇੱਕ ਔਰਤ ਚੁਣਨੀ ਆ ਇਹ ਪੋਜੀਸ਼ਨ ਲਈ ਰਾਈਟ ਐਂਡ ਕਈ ਆਈ ਥਿੰਕ 12 ਕੈਂਡੀਡੇਟਸ ਸੀਗੇ ਵਾਈਸ ਪ੍ਰੈਜ਼ੀਡੈਂਟ ਲਈ ਜਿਹੜੀ ਕਮਾਲਾ ਹੈਰਿਸ ਸਾਰਿਆਂ ਨੂੰ ਬੀਟ ਕਰਕੇ ਉਹ ਚੁਣੀ ਗਈ ਸੀ
Yeah, but also I think we Kamala the experience we both right? ਉਹਦੇ ਕੋ already experience ਹੈਗਾ presidential campaign ਦਾ because ਉਹਨਾਂ ਨੇ ਪਹਿਲਾ presidential candidate ਸੀਗੇ just this year. So ਉਹਨਾਂ ਕੋ already ਕਾਫੀ experience because presidential ਜਿਹੜੇ election ਹੁੰਦੇ ਆ ਕੈਂਪੇਨ ਹੁੰਦੇ ਆ ਉਹ ਕਾਫੀ ਵੱਖਰੇ ਹੁੰਦੇ ਆ ਦੂਸਰੇ ਕੈਂਪੇਨਸ ਦੇ ਨਾਲੋਂ ਸੋ ਉਹਨਾਂ ਦੀ ਜਿਹੜੀ ਐਕਸਪੀਰੀਅੰਸ ਆ ਐਂਡ ਆਈ ਥਿੰਕ ਵੀ ਉਹ ਜਦੋਂ ਪਹਿਲਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਲਈ ਰਨ ਉਹਨਾਂ ਨੇ ਕੀਤਾ ਸੀ ਉਹ ਕਾਫੀ ਈਵਨ ਬਾਈਡਨ ਦੇ ਨਾਲ ਵੀ ਟਫ ਟਾਕ ਕਰਦੇ ਸੀ ਟਫ ਗੱਲਾਂ ਕਰਦੇ ਸੀ ਉਹਨਾਂ ਨੂੰ ਟਫ ਕ੍ਰਿਟਿਸਿਜ਼ਮ ਵੀ ਕੀਤਾ ਸੀ ਰਾਈਟ ਵੀ ਤੁਹਾਡੇ ਆਹ ਪ੍ਰੀਵੀਅਸ ਪਾਲਿਸੀ ਸੀ ਮੈਂ ਤੁਹਾਡੇ ਨਾਲ ਨਹੀਂ ਇਹ ਗੱਲ ਦੇ ਵਿੱਚ ਸਹਿਮਤ ਹੈਗੀ ਵੀ ਅਸੀਂ ਇਹ ਪਾਲਿਸੀਜ਼ ਅਸੀਂ ਹੋਰ ਵੀ ਇੰਪਰੂਵ ਕਰ ਸਕਦੇ ਹਾਂ so she's already you know demonstrated herself as a very strong candidate I think very good ਹੁਣ ਫਿਊਚਰ ਕੀ ਲੱਗ ਰਿਹਾ ਤੁਹਾਨੂੰ ਹੁਣ ਜਿਹੜੇ ਇਲੈਕਸ਼ਨਸ ਬਹੁਤ ਨੇੜੇ ਨੇ ਮਿਸਟਰ ਟਰੰਪ ਦੀ ਇੱਕ ਸਮੇਂ ਦੇ ਵਿੱਚ ਪਪੂਲੈਰਿਟੀ ਬਹੁਤ ਜ਼ਿਆਦਾ ਸੀ ਜਦੋਂ 2016 ਦੇ ਵਿੱਚ ਮਿਸਟਰ ਟਰੰਪ ਜਿਹੜੇ ਨੇ ਉਹ ਇਲੈਕਟ ਹੋਏ ਨੇ ਉਸ ਵਕਤ ਮੈਂ ਯੂਐਸ ਦੇ ਵਿੱਚ ਸੀ ਮੈਂ ਫਲੋਰੀਡਾ ਸਾਰਾ ਮਿਸਟਰ ਟਰੰਪ ਦੀ ਲਹਿਰ ਦੇ ਵਿੱਚ ਨਾ ਉਹ ਲਹਿਰ ਚੱਲੀ ਸੀ ਵੀ ਮਿਸਟਰ ਟਰੰਪ ਡੋਨਲਡ ਟਰੰਪ ਮੇਕ ਅਮਰੀਕਾ ਗ੍ਰੇਟ ਅਗੇਨ ਡੋਨਲਡ ਟਰੰਪ ਮੇਕ ਅਮਰੀਕਾ ਗ੍ਰੇਟ ਅਗੇਨ ਹਰ ਇੱਕ ਬੰਦਾ ਬੱਚਾ ਤੱਕ ਉੱਥੇ ਝੰਡਾ ਚੱਕੀ ਫਿਰਦਾ ਸੀ ਇਹੀ ਚੀਜ਼ ਜਿਹੜੀ ਸੀ ਅਲਬਾਮਾ ਦੇ ਵਿੱਚ ਦੇਖੀ ਗਈ ਜਾਰਜੀਆ ਦੇ ਵਿੱਚ ਦੇਖੀ ਗਈ ਕਾਫੀ ਜ਼ਿਆਦਾ ਉਹ ਸਟੇਟਸ ਨੂੰ ਮੈਂ ਚੰਗੀ ਤਰ੍ਹਾਂ ਵੇਖਿਆ ਜਦੋਂ ਇਹ ਇਲੈਕਸ਼ਨਸ ਦੇ ਕੈਂਪੇਨ ਚੱਲ ਰਹੇ ਸੀ ਜੀ ਲੇਕਿਨ ਉਹ ਪਪੂਲੈਰਿਟੀ ਹੁਣ ਕਿਤੇ ਅੱਗੇ ਨਾਲੋਂ ਥੋੜਾ ਜਿਹਾ ਫਰਕ ਹੈ ਅੱਗੇ ਨਾਲੋਂ ਘੱਟ ਹੈ ਮੇਰੇ ਖਿਆਲ ਬਹੁਤ ਫਰਕ ਹੈ ਅਮਰ ਬਹੁਤ ਫਰਕ ਜੀ ਬਹੁਤ ਫਰਕ ਹੈ ਉਹਨਾਂ ਦੀ ਪਪੂਲੈਰਿਟੀ 2016 ਤੋਂ ਐਂਡ ਉਹਨਾਂ ਦਾ ਜਿਹੜਾ ਰੈਕੋਰਡ ਆ ਹੁਣ COVID-19 ਕਰਕੇ ਜਿਹੜਾ ਸਾਡਾ ਪੈਂਡੈਮਿਕ ਇੰਨਾ ਵੱਡਾ ਆ ਗਿਆ ਆ not only ਇੱਕ ਕੰਟਰੀ ਦੇ ਵਿੱਚ ਪਰ ਸਾਰੇ ਵਰਲਡ ਵਾਈਡ ਇੰਨਾ ਅਸਰ ਹੋਇਆ ਆ ਇੰਨੇ ਲੋਕਾਂ ਨੇ ਆਪਣੇ ਜੌਬਸ ਲੂਜ਼ ਕੀਤੇ ਆ you know ਉਹਦਾ ਸਿੱਕ ਹੋਇਆ ਹੈਲਥ ਇਫੈਕਟਸ ਕਿੰਨੇ ਆ ਬਟ ਜਿਹੜਾ ਮਿਸਟਰ ਟਰੰਪ ਆ ਉਹਨਾਂ ਨੇ ਕਦੇ ਇਹ ਜਿਹੜਾ ਕ੍ਰਾਈਸਿਸ ਆ ਟਰੂ ਲੀਡਰ ਵਾਂਗਰ ਹੈਂਡਲ ਨਹੀਂ ਕੀਤਾ ਹੈਗਾ ਵੈਰੀ ਰਾਈਟ ਉਹਨਾਂ ਨੇ ਪਹਿਲਾਂ ਤੋਂ ਉਹ ਕਈ ਮੈਜਰਸ ਲੈ ਸਕਦੇ ਸੀ ਵੀ ਉਹ ਵਧੀਆ ਰਿਸਪੌਂਸ ਲਈ ਬਟ ਉਹਨਾਂ ਨੇ ਪਹਿਲਾਂ ਤੋਂ ਹੀ ਕਹਿਤਾ ਸੀ ਇਹ ਇੰਨੀ ਵੱਡੀ ਇਸ਼ੂ ਨਹੀਂ ਹੈਗੀ ਕੋਵਿਡ ਇਜ਼ ਨਾਟ ਅ ਥ੍ਰੈਟ ਟੂ ਅਸ ਯੂ ਨੋ ਉਹਨਾਂ ਨੇ ਅੰਡਰਐਸਟੀਮੇਟ ਕੀਤਾ ਵੀ ਕੋਵਿਡ ਦਾ ਕੀ ਅਸਰ ਹੋ ਸਕਦਾ ਆ ਐਂਡ ਐਕਚੁਅਲੀ ਜਿਹੜਾ ਮਿਸਟਰ ਓਬਾਮਾ ਦਾ ਐਡਮਿਨਿਸਟ੍ਰੇਸ਼ਨ ਆ ਬਰਾਕ ਓਬਾਮਾ ਦਾ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਆਲਰੇਡੀ ਕਈ ਰਿਪੋਰਟ ਵੀ ਪਬਲਿਸ਼ ਕੀਤੇ ਸੀ ਉਹ ਟਾਈਮ ਦੇ ਵਿੱਚ ਵੀ ਆ ਹੋ ਸਕਦਾ ਆ ਸਾਡੇ ਨਾਲ ਇੱਦਾਂ ਦਾ ਕੋਈ ਡਿਜ਼ੀਜ਼ ਪੈਂਡੈਮਿਕ ਜਿੱਦਾਂ ਅਬੋਲਾ ਵਾਇਰਸ ਸੀ ਕੋਈ ਵਾਇਰਸ ਇੱਦਾਂ ਦੁਬਾਰਾ ਹੋ ਸਕਦਾ ਸਾਨੂੰ ਪ੍ਰੀਪੇਅਰ ਰਹਿਣਾ ਚਾਹੀਦਾ ਆ ਵੈਰੀ ਗੁੱਡ ਪਰ ਮਿਸਟਰ ਟਰੰਪ ਉਹ ਇਹ ਗੱਲ ਦੀ ਪ੍ਰੀਪੇਅਰਡ ਨਹੀਂ ਸੀਗੇ ਐਂਡ ਆਈ ਥਿੰਕ ਆ ਜਿਹੜੇ ਪਾਸਟ ਮਹੀਨੇ ਆ ਉਹਨਾਂ ਨੇ ਵੋਟਰਸ ਨੇ ਦੇਖਿਆ ਆ ਵੀ ਮਿਸਟਰ ਟਰੰਪ ਨੂੰ ਹੈਂਡਲ ਨਹੀਂ ਕਰਨਾ ਆਉਂਦਾ ਇਹ ਕ੍ਰਾਈਸਿਸ ਕਦੇ ਉਹ ਕਹਿੰਦੇ ਆ ਵੀ ਤੁਸੀਂ ਲਾਈਸੋਲ ਦੇ ਨਾਲ ਆਪਣਾ ਯੂ ਨੋ ਵਾਇਰਸ ਬਿਮਾਰੀ ਚੱਲ ਜਾਂਦੀ ਆ ਇੰਜੈਕਟ ਕਰ ਲਓ ਵਗੈਰਾ ਇਹ ਆਪਣੇ ਸਾਇੰਟਿਸਟ ਨੂੰ ਲਿਸਨ ਕਰਨਾ ਚਾਹੀਦਾ ਲੀਡਰ ਨੂੰ ਰਾਈਟ ਇਹ ਸਾਇੰਸ ਦੀ ਵੈਰੀ ਸਟਰੋਂਗ ਵਾਇਰਸ ਆ ਇਨਫੈਕਸ਼ਨ वो ज़्यादा हो रहे हैं 150,000 ऑलरेडी डेथ्स हो गए अमेरिका ਦੇ ਵਿੱਚ ਸੋ ਉਹਨਾਂ ਕੋ ਇਹ ਵਾਇਰਸ ਤੇ ਗੁੱਡ ਗ੍ਰਾਸਪ ਨਹੀਂ ਹੈਗਾ ਵੈਰੀ ਰਾਈਟ ਸੋ ਉਹਨਾਂ ਦੀ ਪਪੂਲੈਰਿਟੀ ਹੁਣ ਕਾਫੀ ਜ਼ਿਆਦਾ ਨੀਚੇ ਹੈ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਸੋ ਉਹਨਾਂ ਦੀ ਪਪੂਲੈਰਿਟੀ ਘੱਟ ਹੈ ਤੇ ਮਿਸਟਰ ਜੋ ਬਾਈਡਨ ਐਂਡ ਇਧਰੋਂ ਕਮਾਲਾ ਹੈਰਿਸ ਦੇ ਕਰਕੇ ਇਹਨਾਂ ਦੀ ਪਪੂਲੈਰਿਟੀ ਥੋੜੀ ਜਿਹੀ ਜ਼ਿਆਦਾ ਵੱਧ ਰਹੀ ਹੈ ਤੇ ਤੁਹਾਨੂੰ ਅੱਗੇ ਫਿਊਚਰ ਕੀ ਨਜ਼ਰ ਆ ਰਿਹਾ ਫਿਊਚਰ ਤਾਂ ਬਸ ਦੇਖੋ ਅੰਮ੍ਰਿਤ ਕਿੱਦਾਂ ਜਾਂਦਾ ਹਜੇ ਕਾਫੀ ਮਹੀਨੇ ਰਹਿੰਦੇ ਆ ਕੈਂਪੇਨ ਦੇ ਵਿੱਚ ਹਾਂ ਕੈਂਪੇਨ ਦੇ ਜਿਹੜੇ 2-3 ਮਹੀਨੇ ਹੁੰਦੇ ਆ ਉਹ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਉਹਨਾਂ ਦੇ ਵਿੱਚ ਕਈ ਕੁਛ ਹਜੇ ਡਰਾਮਾ ਹੁੰਦਾ ਆ ਐਂਡ ਕਈ ਡਰਾਮਾ ਬਹੁਤ ਹੁੰਦਾ ਐਂਡ ਕਈ ਪਾਲਿਸੀਜ਼ ਵੀ ਹਜੇ ਉਹਨਾਂ ਨੇ ਹੋਰ ਵੀ ਥੋੜਾ ਜਿਹਾ ਆਪਣੇ ਪਲੇਟਫਾਰਮ ਦੇ ਬਾਰੇ ਗੱਲ ਕਰੋਗੇ ਜਿੱਦਾਂ ਹੈਲਥ ਕੇਅਰ ਆ ਜਾਂ ਕੋਈ ਵੀ ਉਹਨਾਂ ਦੀ ਇਕੋਨਮੀ ਦਾ ਕੀ ਪਲਾਨਸ ਆ ਵੀ ਜਿਹੜੇ ਨੇ ਜੌਬ ਲਾਸਿਸ ਹੋਏ ਆ ਡੈਫਿਸਿਟਸ ਹੋਏ ਆ ਵੀ ਉਹਨਾਂ ਦਾ ਕੀ ਪਲਾਨ ਆ ਜਿਹੜਾ ਕੈਂਪੇਨ ਦੀ ਤੁਸੀਂ ਗੱਲ ਕੀਤੀ ਹੈ ਨਾ ਹੁਣੇ ਕੈਂਪੇਨ ਬਹੁਤ ਇੰਪੋਰਟੈਂਟ ਹੈ ਜਿਹੜੀ ਪਿਛਲੀ ਵਾਰੀ ਇਹ ਨਹੀਂ ਸੀ ਕਿ ਹਿਲਰੀ ਕਲਿੰਟਨ ਦੀ ਪਪੂਲੈਰਿਟੀ ਘੱਟ ਸੀ ਪਾਪੂਲਰ ਵੋਟ ਉਹਨਾਂ ਨੂੰ ਗਈ ਹੈ ਲੇਕਿਨ ਪ੍ਰੈਜ਼ੀਡੈਂਟ ਬਣੇ ਨੇ ਮਿਸਟਰ ਡੋਨਲਡ ਟਰੰਪ ਜੀ
ਉਹਦੇ ਵਿੱਚ ਜਦੋਂ ਉਦੋਂ ਕੈਂਪੇਨ ਚੱਲੀ ਸੀ ਨਾ, ਉਦੋਂ ਇਹ ਇੱਕ ਵਰਡ ਤੇ ਇੱਕ ਸਲੋਗਨ ਤੇ ਸਟਿਕ ਰਹੇ ਬੜੇ ਲੰਬੇ ਸਮੇਂ ਲਈ, ਮੇਕ ਅਮਰੀਕਾ ਗ੍ਰੇਟ ਅਗੇਨ। ਇੰਨਾ ਕੁ ਜ਼ਿਆਦਾ ਉਹ ਬੰਬਾਰਡਮੈਂਟ ਕੀਤੀ ਗਈ ਇਹ ਸਾਰੀ ਚੀਜ਼ ਦੀ, ਇਹਨਾਂ ਦੇ ਕੈਂਪੇਨ ਇੰਨੇ ਸਟਰੋਂਗ ਸੀ ਕਿ ਹਰ ਬੱਚੇ ਨੂੰ ਪਤਾ ਸੀ ਕਿ ਇਹ ਮਿਸਟਰ ਡੋਨਲਡ ਟਰੰਪ ਨੇ ਤੇ ਇਹ ਆ ਕਹਿੰਦੇ ਨੇ। ਜਦਕਿ ਹਿਲਰੀ ਕਲਿੰਟਨ ਦੀ ਵੀ ਕੈਂਪੇਨ ਦੇ ਵਿੱਚ ਉਹ 2-3 ਵਾਰੀ ਜਿਹੜੀਆਂ ਚੇਂਜਸ ਕੀਤੀਆਂ ਗਈਆਂ, ਉਹਨਾਂ ਦੇ ਸਲੋਗਨਸ ਚੇਂਜ ਹੋ ਗਏ, ਉਹਨਾਂ ਦੀਆਂ ਗੱਲਾਂ ਚੇਂਜ ਹੋ ਗਈਆਂ, ਉਹਦੇ ਨਾਲ ਕਿਤੇ ਨਾ ਕਿਤੇ ਫਰਕ ਪਿਆ। ਤੁਹਾਨੂੰ ਲੱਗਦਾ ਹੈ ਵੀ ਕੈਂਪੇਨ ਜਿਹੜੇ ਨੇ ਇੰਨੇ ਸਟਰੋਂਗ ਹੁੰਦੇ ਨੇ ਵੀ ਕਿਸੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਉਹਦੇ ਤੇ ਇੰਨਾ ਇਫੈਕਟ ਪਾ ਸਕਦੇ? ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਕਿੱਦਾਂ ਇਫੈਕਟ ਕਰ ਸਕਦੇ? ਹਾਂ, ਕਿੰਨਾ ਕੁ ਇਫੈਕਟ ਕਰ ਸਕਦੇ? ਸੋ ਜਿਹੜੇ ਉਹ ਪ੍ਰੈਜ਼ੀਡੈਂਸ਼ੀਅਲ ਦੇ ਕੈਂਪੇਨ ਜਿੱਦਾਂ ਤੁਸੀਂ ਕਹਿੰਦੇ 2016 ਹਿਲਰੀ ਕਲਿੰਟਨ ਦੇ ਨਾਲ ਇੱਦਾਂ ਹੋਈ ਸੀ, ਯੂ ਨੋ ਉਹਨਾਂ ਨੇ ਪੋਪੂਲਰ ਵੋਟ ਉਹ ਜਿੱਤੇ ਸੀ, ਬਿਲਕੁਲ ਰਾਈਟ, ਬਟ ਓਵਰਆਲ ਉਹ ਹਾਰ ਗਏ ਸੀ, ਰਾਈਟ। ਸੋ ਆਈ ਥਿੰਕ ਉਹਦਾ ਕਾਰਨ ਹੈਗਾ ਆ ਵੀ ਪੋਪੂਲਰ ਵੋਟ ਕੈਂਡੀਡੇਟ ਜਿੱਤ ਸਕਦਾ, ਬਟ ਜਿਹੜਾ ਗਰਾਊਂਡ ਗੇਮ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦਾ। ਗਰਾਊਂਡ ਗੇਮ ਜਿਹੜਾ ਹੁੰਦਾ ਆ ਵੀ ਜਿੱਦਾਂ ਅਸੀਂ ਡੋਰ ਟੂ ਡੋਰ ਕੈਂਪੇਨਸ ਜਾਂਦੇ ਆ, ਲੋਕਾਂ ਨਾਲ ਗੱਲਬਾਤ ਕਰਦੇ ਆ, ਤੁਸੀਂ ਕਿੱਦਾਂ ਵੋਟ ਕਰੋਗੇ, ਅਸੀਂ ਤੁਹਾਡੇ ਲਈ ਯੂ ਨੋ ਤੁਹਾਡਾ ਕੀ ਥਿੰਕਿੰਗ ਆ ਕੀ ਪਾਲਿਸੀਜ਼ ਬਾਰੇ, ਤੁਹਾਨੂੰ ਕੀ ਲੱਗਦਾ ਤੁਸੀਂ ਕਿੱਦਾਂ ਅਸਰ ਹੋਇਆ ਕੋਵਿਡ ਕਰਕੇ ਜਾਂ ਹੋਰ ਕੋਈ ਇਸ਼ੂਜ਼ ਕਰਕੇ ਕਿੱਦਾਂ ਅਸਰ ਹੋਇਆ ਤੁਹਾਡਾ, ਰਾਈਟ। ਸੋ ਉਹ ਜਿਹੜਾ ਕਨਵਰਸੇਸ਼ਨ ਆ, ਜਿਹੜਾ ਡੋਰ ਟੂ ਡੋਰ ਜਾਣਾ ਆ, ਆਈ ਥਿੰਕ ਆਹ ਇਲੈਕਸ਼ਨ ਦੇ ਵਿੱਚ ਇਹ ਵੀ ਬਹੁਤ ਅਸਰ ਹੋਇਆ ਬਿਕਾਜ਼ ਕੋਵਿਡ ਕਰਕੇ ਡੋਰ ਟੂ ਡੋਰ ਇੰਨਾ ਜਾ ਨਹੀਂ ਸਕਦੇ, ਕੈਂਪੇਨਸ ਤੇ ਬਹੁਤ ਅਸਰ ਹੋਇਆ ਆ ਵੀ ਹੁਣ ਜ਼ਿਆਦਾ ਵਰਚੁਅਲ ਮੀਟਿੰਗਸ ਹੁੰਦੇ ਆ, ਕੰਪਿਊਟਰ ਦੇ ਥਰੂ, ਜ਼ੂਮ ਦੇ ਥਰੂ, ਡਿਜੀਟਲ ਮੀਟਿੰਗਸ ਹੋ ਰਹੇ ਆ। ਸੋ ਉਹ ਜਿਹੜਾ ਟ੍ਰੈਡੀਸ਼ਨਲ ਕੈਂਪੇਨ ਇੱਕ ਹੋਰ ਚੈਲੰਜ ਹੋਗਾ ਬਾਈਡਨ ਦੇ ਕੈਂਪੇਨ ਲਈ, ਦੋਨਾਂ ਕੈਂਪੇਨਸ ਲਈ, ਦੋਨਾਂ ਲਈ ਬਹੁਤ ਮੁਸ਼ਕਿਲ ਹੋਗਾ ਵੀ ਆ ਨਵਾਂ ਤਰੀਕਾ ਅਸੀਂ ਕੈਂਪੇਨਸ ਦਾ ਕਿੱਦਾਂ ਸ਼ੁਰੂ ਕਰਨਾ ਆ, ਕਿੱਦਾਂ ਲੋਕਾਂ ਦੇ ਨਾਲ ਗੱਲਬਾਤ ਕਰਨੀ ਆ। ਕਈ ਲੋਕ ਜਿੱਦਾਂ ਜਿਹੜੇ ਮੇਬੀ ਕੋਈ ਸੀਨੀਅਰਸ ਹੋ ਗਏ, ਉਹਨਾਂ ਨੂੰ ਯੂ ਨੋ ਸ਼ਾਇਦ ਪਤਾ ਨਾ ਹੋਵੇ ਵੀ ਵਰਚੁਅਲ ਮੀਟਿੰਗਸ ਕਿੱਦਾਂ ਕਰਨੀ ਆ ਜਾਂ ਜ਼ੂਮ ਕਿੱਦਾਂ ਗੱਲਬਾਤ ਕਰਨੀ ਆ, ਰਾਈਟ। ਸੋ ਆਈ ਥਿੰਕ ਉਹਨਾਂ ਲਈ ਵੈਰੀ ਇੰਪੋਰਟੈਂਟ ਹੋਗਾ ਵੀ ਕੋਵਿਡ ਰਿਸਪੌਂਸ ਦੇ ਨਾਲ ਵੀ ਅਸੀਂ ਆਲਸੋ ਇਹ ਜਿਹੜਾ ਚੈਲੰਜ ਕਿੱਦਾਂ ਅਸੀਂ ਕਨਫਰੰਟ ਕਰਨਾ ਆ। ਵੈਰੀ ਰਾਈਟ। ਇੱਕ ਨਾ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਕੋਈ ਵੀ ਕੰਟਰੀ ਦੇ ਵਿੱਚ, ਦੋ ਵੱਡੀਆਂ ਪਾਰਟੀਆਂ ਹੁੰਦੀਆਂ ਨਾ ਜਿਹੜੀਆਂ, ਉਹਨਾਂ ਦੇ ਆਪਣੇ ਆਪਣੇ ਕੋਈ ਬਹੁਤ ਫੇਥਫੁਲ ਉਹਨਾਂ ਦੇ ਫਾਲੋਅਰਸ ਹੁੰਦੇ ਨੇ। ਉਹ ਕਹਿੰਦੇ ਜਿਹੜੀ 100% ਜੇ ਆਪਾਂ ਲੈਂਦੇ ਆ, ਜੇ ਇਹਦੇ ਵਿੱਚੋਂ 33 ਤਾਂ ਡੈਮੋਕ੍ਰੈਟਸ ਨੇ, ਨੋ ਮੈਟਰ ਵਾਟ, ਜੋ ਮਰਜ਼ੀ ਆ ਜੇ, ਕਿਹੜਾ ਮਰਜ਼ੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ, ਉਹਨਾਂ ਨੇ ਡੈਮੋਕ੍ਰੈਟਸ ਨੂੰ ਹੀ ਵੋਟ ਪਾਉਣੀ ਹੈ। 33% ਉਹ ਹੁੰਦੇ ਨੇ ਜਿਹੜੇ ਕਹਿੰਦੇ ਜੋ ਮਰਜ਼ੀ ਹੋਈ ਜਾਵੇ, ਟਰੰਪ ਸਾਨੂੰ ਪਸੰਦ ਹੈ ਨਹੀਂ ਪਸੰਦ ਹੈ, ਜੋ ਵੀ ਹੈ ਅਸੀਂ ਤਾਂ ਰਿਪਬਲਿਕ ਨੂੰ ਵੋਟ ਪਾਉਣੀ ਹੈ, ਰਿਪਬਲਿਕਨ ਪਾਰਟੀ ਨੂੰ, ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ। ਉਹ 33 ਤਾਂ ਨਿਕਲ ਗਏ, ਬਾਕੀ ਬਚਦਾ 34% ਜੀ। ਉਹ 34 ਦੇ ਵਿੱਚੋਂ ਜੇ ਅੱਧ ਤੋਂ ਜ਼ਿਆਦਾ ਬੰਦਾ ਲੈ ਜਾਂਦਾ ਤਾਂ ਉਹ ਬੰਦਾ ਜਿਹੜਾ ਉਹ ਬੇਸਿਕਲੀ ਜਿੱਤ ਜਾਂਦਾ ਜੀ, ਰਾਈਟ। ਹੁਣ ਇਹਦੇ ਵਿੱਚ 33 ਤਾਂ ਉਹਨਾਂ ਦੇ ਆਪਣੇ ਹੈਗੇ ਨੇ, ਇਹ 34 ਦੇ ਵਿੱਚੋਂ ਲੈ ਕੇ ਜਾਣ ਲਈ ਤੁਹਾਨੂੰ ਕੀ ਲੱਗਦਾ ਹੈਗਾ ਵੀ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਸ ਕੈਂਪੇਨ ਦੇ ਵਿੱਚ ਵੀ ਜ਼ਿਆਦਾ ਉਹਨਾਂ ਦੀ ਪਕੜ ਜਿਹੜੀ ਹੈ ਇਸ ਕੁਰਸੀ ਤੇ ਬਣੀ ਰਹੇ? ਜੀ ਸੋ ਮੇਰਾ ਖਿਆਲ ਵੀ ਹੈਗੇ ਆ ਕਿ ਕਾਫੀ ਲੋਕ ਹੈਗੇ ਆ ਆਪਣੇ ਫੈਮਲੀਜ਼ ਦੇ ਵਿੱਚ ਵੀ ਹੈਗੇ ਆ ਵੀ ਅਸੀਂ ਰਿਪਬਲਿਕਨ ਆਲਵੇਜ਼ ਪਹਿਲਾਂ ਵੀ ਵੋਟ ਕੀਤਾ ਸੀ, ਹੁਣ ਵੀ ਰਿਪਬਲਿਕਨ ਵੋਟ ਕਰਨਾ। ਕੋਈ ਵੀ ਕੈਂਡੀਡੇਟ ਹੋਵੇ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ, ਰਾਈਟ। ਕੋਈ ਪਾਲਿਸੀ ਨਹੀਂ ਹੈਗੀ, ਕੋਈ ਪ੍ਰੋਗਰਾਮ ਨਹੀਂ ਉਹਦੇ ਨਾਲ ਕਨਵਿੰਸ ਕਰ ਸਕਦੇ। ਬਟ ਜਿਹੜੇ ਲੋਕ ਦੇਖਣਾ ਚਾਹੁੰਦੇ ਆ ਵੀ ਤੁਹਾਡਾ ਕੀ ਪਲੇਟਫਾਰਮ ਆ, ਵੀ ਕੀ ਤੁਹਾਡੇ ਪਾਲਿਸੀਜ਼ ਆ, ਤੁਹਾਡਾ ਪਲਾਨ ਕੀ ਆ, ਉਹਨਾਂ ਨੂੰ ਕਾਫੀ ਤੁਸੀਂ ਹਜੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ। ਉਹ ਵੋਟਰਸ ਕੋਈ ਵੀ ਪਾਰਟੀ ਕੋਈ ਵੀ ਸਾਈਡ ਤੇ ਹੋ ਸਕਦੇ ਆ, ਰਾਈਟ। ਬਟ ਆਈ ਥਿੰਕ ਜਿਹੜਾ ਅਮਰੀਕਾ ਦਾ ਸਟੇਟ ਆ ਰਾਈਟ ਨਾਓ, ਉਹਨਾਂ ਦਾ ਕੰਡੀਸ਼ਨ ਆਹ ਇਲੈਕਸ਼ਨ ਦੇ ਵਿੱਚ COVID-19 ਬਿਗ ਡਿਟਰਮੀਨੈਂਟ ਆ ਵੀ ਲੋਕੀ ਇਹ ਕ੍ਰਾਈਸਿਸ ਨੂੰ ਦੇਖਣਾ ਚਾਹੁੰਦੇ ਆ ਵੀ ਸਾਡਾ ਲੀਡਰ ਇਹ ਕ੍ਰਾਈਸਿਸ ਹੈਂਡਲ ਕਰ ਸਕਦੇ ਆ। ਹਜੇ COVID-19 ਦਾ ਕੋਈ ਐਂਡ ਨਹੀਂ ਦੱਸਦਾ ਸਾਨੂੰ, ਰਾਈਟ। ਸੋ ਐਂਡ ਆਫ ਦ ਈਅਰ ਤੱਕ, ਮੇਬੀ ਇਨਟੂ ਨੈਕਸਟ ਈਅਰ, ਕਪਲ ਈਅਰਸ, ਇਹ ਬਿਗ ਕ੍ਰਾਈਸਿਸ ਰਹਿੰਦਾ ਸਾਡੇ ਕੋਈ ਵੀ ਗਵਰਨਮੈਂਟਸ ਲਈ। ਸੋ ਫਲੋਰੀਡਾ ਦੇ ਵਿੱਚ ਕਈ ਸਟੇਟਸ ਆ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹਿੱਟ ਹੋਇਆ ਕੋਵਿਡ ਦੇ ਨਾਲ। ਉਹ ਜਿਹੜੇ ਸਟੇਟਸ ਉਹ ਸਵਿੰਗ ਸਟੇਟਸ ਕਹਿੰਦੇ ਆ। ਉਹ ਸਵਿੰਗ ਸਟੇਟਸ ਵੀ ਉਹ ਵੈਰੀ
ਜਿੱਦਾਂ ਤੁਸੀਂ ਕਹਿੰਦੇ ਆ ਬਿਲਕੁਲ ਉਹ ਕਿਸੇ ਪਾਸੇ ਵੀ ਹੋ ਜਾਂਦੇ ਆ ਜਿਹੜੇ ਪਾਸੇ ਝੁਕਾਅ ਜ਼ਿਆਦਾ ਹੈ। ਐਗਜ਼ੈਕਟਲੀ ਉਹ ਕਿਸੇ ਪਾਸੇ ਹੋ ਸਕਦੇ ਆ ਬਟ ਜਿਹੜੇ ਸਵਿੰਗ ਸਟੇਟਸ ਅਸੀਂ ਦੇਖਦੇ ਆ ਹੁਣ ਉਹਨਾਂ ਦੇ ਵਿੱਚ COVID-19 ਦੇ ਕੇਸ ਸਾਰਿਆਂ ਨਾਲੋਂ ਜ਼ਿਆਦਾ ਆ। ਬਿਲਕੁਲ ਠੀਕ। ਸੋ ਮੇਰਾ ਖਿਆਲ ਉਹ ਜਿਹੜੇ ਵੋਟਰਸ ਆ ਉਹ ਦੇਖਣਾ ਚਾਹੁੰਦੇ ਆ ਵੀ ਯੂ نو ਮੇਰੀ ਫੈਮਿਲੀ ਨੂੰ ਅਸਰ ਹੋਇਆ ਆ, ਸਾਡੇ ਜੌਬਸ ਨੂੰ ਅਸਰ ਹੋਇਆ ਆ, ਵੀ ਸ਼ਾਇਦ ਜਿਹੜੇ ਈਵਨ ਰਿਪਬਲਿਕਨ ਟ੍ਰੈਡੀਸ਼ਨਲੀ ਵੋਟ ਪਾਉਂਦੇ ਹੋਗੇ ਮੇਬੀ ਉਹ ਸੋਚੂਗੇ ਦਿਸ ਟਾਈਮ ਵੀ ਅਨਫ ਹੋ ਗਿਆ ਆ ਵੀ ਅਸੀਂ ਬਹੁਤ ਦੇਖ ਲਿਆ ਆ, ਸਾਡਾ ਲੀਡਰ ਨਹੀਂ ਯੂ نو ਸਟਰੋਂਗ ਹੈਗਾ ਇਹ ਗੱਲ ਵੱਲੋਂ ਉਹ ਆਪਣੇ ਸਾਇੰਟਿਸਟ ਨੂੰ ਲਿਸਨ ਨਹੀਂ ਕਰਦੇ ਹੈਗੇ, ਆਪਣੇ ਓਨ ਐਡਵਾਈਜ਼ਰਸ ਨੂੰ ਨਹੀਂ ਲਿਸਨ ਕਰ ਰਹੇ। ਵੀ ਨੀਡ ਅ ਲੀਡਰ, ਵੀ ਨੀਡ ਅ ਲੀਡਰ। ਯਾ ਸੋ ਜਿਹੜੇ ਹੁਣ ਕਮਾਲਾ ਹੈਰਿਸ ਨੇ ਇੱਕ ਔਰਤ ਹੈ, ਔਰਤ ਕਦੇ ਵੀ ਅਮਰੀਕਨ ਪੋਲਿਟਿਕਸ ਦੇ ਵਿੱਚ ਐਡੇ ਉੱਚੇ ਲੈਵਲ ਦੇ ਉੱਪਰ ਆਈ ਨਹੀਂ ਜੀ। ਤੁਸੀਂ ਨੈਬ ਇਹ ਦੱਸ ਸਕਦੇ ਹੋ ਵੀ ਲੋਕ ਉੱਥੋਂ ਦੇ ਇਹਨਾਂ ਨੂੰ ਲੱਗਦਾ ਹੈਗਾ ਵੀ ਔਰਤ ਉਸ ਲੈਵਲ ਤੇ ਆ ਨਹੀਂ ਸਕਦੀ, ਜਾਂ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ ਹਿਲਰੀ ਤੋਂ ਬਿਨਾਂ, ਜਾਂ ਫਿਰ ਉਹਨਾਂ ਨੂੰ ਲੱਗਦਾ ਹੈਗਾ ਵੀ ਔਰਤਾਂ ਜਿਹੜੀਆਂ ਨੇ ਉਹ ਸਭ ਤੋਂ ਉੱਪਰ ਵਾਲੀ ਪੋਜੀਸ਼ਨ ਤੇ ਕਿਵੇਂ ਆ ਸਕਦੀਆਂ ਨੇ। ਔਰਤਾਂ ਜਿਹੜੀਆਂ ਨੇ ਉਹ ਸਾਰੀ ਦੁਨੀਆ ਨੂੰ ਰਨ ਕਰਨ, ਕਿਉਂਕਿ ਅਮਰੀਕਾ ਜਿਹੜਾ ਉਹ ਸਾਰੀ ਦੁਨੀਆ ਦਾ ਬੇਸਿਕਲੀ ਲੀਡਰ ਦੇ ਤੌਰ ਤੇ ਦੇਖਿਆ ਜਾਂਦਾ ਵੀ ਇੱਕ ਔਰਤ ਜਿਹੜੀ ਆ ਉਹ ਸਾਰੀ ਦੁਨੀਆ ਨੂੰ ਚਲਾਵੇ, ਆਹ ਤਾਂ ਕੋਈ ਗੱਲ ਠੀਕ ਨਾ ਬਣੀ। ਮਤਲਬ ਕੀ ਉਹਨਾਂ ਦੀ ਵੀ ਇਹ ਮੈਂਟੈਲਿਟੀ ਦੇ ਤੌਰ ਤੇ ਹੈ ਵੀ ਔਰਤ ਅੱਗੇ ਹਲੇ ਤੱਕ ਨਹੀਂ ਆਈ ਜਾਂ ਬਾਈ ਚਾਂਸ ਹੀ ਨਹੀਂ ਆਈ? ਸੋ ਮੇਰਾ ਖਿਆਲ ਆ ਵੀ ਪੋਲਿਟਿਕਸ ਦੇ ਵਿੱਚ ਅੰਮ੍ਰਿਤ ਔਰਤਾਂ ਲਈ ਬਹੁਤ ਮੁਸ਼ਕਲ ਆ। ਅੱਛਾ ਯਾ ਉਹ ਮੇਰਾ ਖਿਆਲ ਮੁਸ਼ਕਲ ਆ ਬਿਕਾਜ਼ ਜਿਹੜਾ ਤੁਹਾਡਾ ਪਬਲਿਕ ਪਰਸੋਨਾ ਆ, ਜਿਹੜਾ ਲੋਕੀ ਤੁਹਾਨੂੰ ਦੇਖਦੇ ਆ, ਤੁਹਾਡੀ ਪਰਸਨੈਲਿਟੀ ਨੂੰ ਤੁਹਾਡਾ ਅਪਰੋਚ ਕਿੱਦਾਂ ਆ, ਔਰਤਾਂ ਦੀ ਆਲਵੇਜ਼ ਜੇ ਤੁਸੀਂ ਟੂ ਸੌਫਟ ਹੁੰਦੇ ਆ ਫਿਰ ਉਹ ਕਹਿ ਦਿੰਦੇ ਉਹ ਇਹ ਟਰੂ ਲੀਡਰ ਨਹੀਂ ਹੋ ਸਕਦੀ ਹੈਗੀ, ਇਹ ਤਾਂ ਘਰੇ ਰਵੇ, ਇਹ ਘਰੇ ਐਗਜ਼ੈਕਟਲੀ ਵੀ ਇਹ ਅਸਲੀ ਪੋਲੀਟੀਸ਼ੀਅਨ ਨਹੀਂ ਬਣ ਸਕਦੀ ਹੈਗੀ। ਯੂ نو ਇਹ ਜਿਹੜੇ ਆਦਮੀ ਆ ਪੋਲੀਟਿਕਸ ਦੇ ਇੰਨੇ ਸਾਲਾਂ ਦੇ ਪੋਲੀਟਿਕਸ ਦੇ ਵਿੱਚ ਉਹਨਾਂ ਦੇ ਪੋਜੀਸ਼ਨਸ ਰਹੇ ਆ ਵੀ ਉਹਨਾਂ ਦੇ ਨਾਲ ਕਿੱਦਾਂ ਲੜਾਈ ਕਰੂਗੀ, ਕਿੱਦਾਂ ਸਹਿਮਤ ਕਰੂਗੀ, ਰਾਈਟ। ਸੋ ਉਹ ਜਾਂ ਟੂ ਸੌਫਟ ਦੇਖ ਲੈਂਦੇ ਆ ਵੀ ਉਹ ਟਫ ਅਨਫ ਨਹੀਂ ਹੈਗੀ। ਜੇ ਟੂ ਟਫ ਹੋ ਜਾਂਦੀ ਆ ਔਰਤ ਫਿਰ ਕਹਿ ਦਿੰਦੇ ਆ ਵੀ ਉਹ ਮੀਨ ਆ, ਵੀ ਉਹ ਯੂ نو ਇੰਨੀ ਫਰੈਂਡਲੀ ਨਹੀਂ ਹੈਗੀ, ਉਹ ਇੰਨਾ ਗੱਲਬਾਤ ਫਰੈਂਡਲੀ ਨਹੀਂ ਕਰਦੇ ਹੈਗੇ। ਔਰਤਾਂ ਨੂੰ ਤਾਂ ਰਿਪਰੈਜ਼ੈਂਟ ਹੀ ਨਹੀਂ ਕਰਦੀ ਜਿਹੜੀਆਂ ਸੌਫਟ ਸਪੋਕਨ ਜੀਆਂ ਹੁੰਦੀਆਂ ਨੇ, ਇਹ ਤਾਂ ਬੋਲੀ ਹੋ ਜਾਂਦੀ ਹੈ। ਐਗਜ਼ੈਕਟਲੀ ਨਾਲੇ ਉਹ ਸਾਡੀ ਆਪਣੀ ਯੂ نو ਸੁਭਾਅ ਹੁੰਦਾ ਆ, ਰਾਈਟ, ਹਰੇਕ ਦਾ ਸਾਡਾ ਆਪਣਾ ਸੁਭਾਅ ਹੁੰਦਾ ਆ। ਬਟ ਆਈ ਥਿੰਕ ਜਿਹੜੀ ਔਰਤਾਂ ਪੋਲਿਟਿਕਸ ਦੇ ਵਿੱਚ ਜਿੱਦਾਂ ਹਿਲਰੀ ਕਲਿੰਟਨ ਕੋ ਕਿੰਨਾ ਐਕਸਪੀਰੀਅੰਸ ਸੀ, ਨੋ ਡਾਊਟ, ਰਾਈਟ, ਨੋ ਡਾਊਟ 30 ਸਾਲ ਤੋਂ ਉੱਪਰ ਉਹਨਾਂ ਦਾ ਐਕਸਪੀਰੀਅੰਸ ਜਾਂਦਾ ਸੀ, ਬਟ ਉਹ ਜਿਹੜਾ ਐਕਸਪੀਰੀਅੰਸ ਉਹ ਟ੍ਰਾਂਸਲੇਟ ਨਹੀਂ ਕਰ ਸਕਿਆ ਉਹਨਾਂ ਦੀ ਕੈਂਪੇਨ ਦੇ ਵਿੱਚ, ਉਹਨਾਂ ਦੀ ਪਬਲਿਕ ਪਰਸਨੈਲਿਟੀ। ਕੀ ਤੁਹਾਨੂੰ ਲੱਗਦਾ ਵੀ ਹਿਲਰੀ ਦੀ ਜਗ੍ਹਾ ਤੇ ਜੇ ਕੋਈ ਸੇਮ ਜਗ੍ਹਾ ਸਾਰਾ ਕੁਝ ਸੇਮ ਹੁੰਦਾ, ਇੱਕ ਬੰਦਾ ਖੜਾ ਹੁੰਦਾ, ਉਹ ਜਿੱਤ ਜਾਂਦਾ? ਮੇਰਾ ਖਿਆਲ ਆ ਵੀ ਯੂ نو ਬਹੁਤ ਅਸਰ ਹੋਣਾ ਸੀ, ਜੇ ਬਹੁਤ ਡਿਫਰੈਂਟ ਸਟੋਰੀ ਹੋਣੀ ਸੀ ਜੇ ਕੋਈ ਬੰਦਾ ਹੁੰਦਾ ਹਿਲਰੀ ਕਲਿੰਟਨ ਦੇ ਥਾਂ ਦੇ ਵਿੱਚ, ਉਹ ਕੋਈ ਵੱਖਰਾ ਸਾਡਾ ਕਨਵਰਸੇਸ਼ਨ ਹੋਣਾ ਸੀ ਐਂਡ ਸ਼ਾਇਦ ਯੂ نو ਲੀਡਰਸ਼ਿਪ ਜਿੱਤ ਵੀ ਸਕਦੇ ਸੀ। ਬਟ ਉਹ ਜਿਹੜੀ ਪਬਲਿਕ ਪਰਸਨੈਲਿਟੀ ਮੈਨੇਜ ਕਰਨੀ ਔਰਤਾਂ ਲਈ ਬਹੁਤ ਔਖੀ ਹੋ ਜਾਂਦੀ ਆ। ਬਿਲਕੁਲ ਠੀਕ ਹੈ। ਅੱਛਾ ਹੁਣ ਨਾ ਆਪਣੇ ਕੋਲ ਸਮਾਂ ਜ਼ਿਆਦਾ ਨਹੀਂ ਰਿਹਾ ਨੈਬ, ਮੈਨੂੰ ਲੱਗਦਾ ਵੀ ਇਸ ਵਿਸ਼ੇ ਦੇ ਉੱਪਰ ਮੈਂ ਸਾਰਾ ਦਿਨ ਗੱਲ ਕਰ ਸਕਦੀ ਹਾਂ, ਬਟ ਜੇ ਹੁਣ ਮਿਸਟਰ ਟਰੰਪ ਦੁਬਾਰਾ ਆ ਜਾਂਦੇ ਨੇ ਜਾਂ ਮਿਸਟਰ ਜੋ ਬਾਈਡਨ ਆ ਜਾਂਦੇ ਨੇ, ਉਹਨਾਂ ਦਾ ਇਹ ਅਮਰੀਕਾ ਦੀ ਸਾਰੀ ਆਪਣੀ ਪ੍ਰੋਬਲਮ ਹੈ ਕਿ ਉੱਥੇ ਪ੍ਰੈਜ਼ੀਡੈਂਟ ਕੌਣ ਬਣਦਾ ਹੈ, ਕੌਣ ਨਹੀਂ ਬਣਦਾ, ਪਬਲਿਕ ਕਿਹਨੂੰ ਲਾਈਕ ਕਰਦੀ ਹੈ, ਕਿਹਨੂੰ ਨਹੀਂ ਲਾਈਕ ਕਰਦੀ, ਕੀ ਉਹਦਾ ਸਾਰੀ ਦੁਨੀਆ ਦੇ ਉੱਪਰ ਤੇ ਕੀ ਉਹਦਾ ਕੈਨੇਡਾ ਉੱਪਰ ਕੋਈ ਅਸਰ ਹੋਏਗਾ? ਜ਼ਰੂਰ ਅਸਰ ਹੋਊਗਾ। ਅਮਰੀਕਾ ਯੂ نو ਕਹਿੰਦੇ ਆ ਫ੍ਰੀ ਵਰਲਡ ਦਾ ਲੀਡਰ ਆ, ਸਾਰੀ ਦੁਨੀਆ ਦਾ ਲੀਡਰ ਆ, ਸੋ ਹਰੇਕ ਕੰਟਰੀ ਅਮਰੀਕਾ ਨੂੰ ਦੇਖਦੀ ਸੀਗੀ, ਰਾਈਟ, ਵੀ ਆਨਸਰਸ ਲਈ ਵੀ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਪਾਲਿਸੀਜ਼ ਨੂੰ। ਜਿੱਦਾਂ ਕ੍ਰਾਈਸਿਸ ਹੋਇਆ ਯੂਜੂਅਲੀ ਅਮਰੀਕਾ ਨੂੰ ਦੇਖਦੇ ਆ ਦੂਸਰੇ ਕੰਟਰੀਜ਼ ਵੀ ਉਹਨਾਂ ਦਾ ਕੀ ਰਿਸਪੌਂਸ ਆ, ਵੀ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ। ਬਟ ਹੁਣ ਨਹੀਂ ਦੇਖਦੇ ਬਿਕਾਜ਼ ਆਲਰੇਡੀ ਕਈ ਕੰਟਰੀਜ਼ ਵੱਧ ਗਏ ਆ, ਉਹਨਾਂ ਦਾ ਰਿਸਪੌਂਸ, ਉਹਨਾਂ ਦੇ ਇਨਫੈਕਸ਼ਨਸ, ਉਹਨਾਂ ਦੇ ਡੈਥ ਲੈਵਲਸ ਵੀ ਕਾਫੀ ਲੋ ਰਹੇ ਆ, ਬਟ ਅਮਰੀਕਾ ਦੇ ਹਜੇ ਤੱਕ ਵੀ ਹਾਇਰ ਜਾਈ ਜਾਂਦੇ ਆ, ਉਹਨਾਂ ਦੇ ਕਿਡਸ ਦੇ ਵੀ ਇਨਫੈਕਸ਼ਨ ਹੋਈ ਜਾਂਦੇ ਆ। ਸੋ ਆਈ ਥਿੰਕ
ਸਾਰੇ ਕੰਟਰੀਜ਼ ਦੇਖਣਾ ਚਾਹੁੰਦੇ ਆ ਵੀ ਅਮਰੀਕਾ ਦਾ ਲੀਡਰ ਹੁਣ ਕੌਣ ਹੋਏਗਾ ਸੋ ਇਹ ਬਹੁਤ ਇੰਪੋਰਟੈਂਟ ਆ ਐਂਡ US ਕੈਨੇਡਾ ਰਿਲੇਸ਼ਨਸ ਲਈ ਵੀ ਬਹੁਤ ਇੰਪੋਰਟੈਂਟ ਆ ਸੋ ਸਾਡੀ ਰਾਈਟ ਨਾਓ ਲਿਬਰਲ ਗਵਰਨਮੈਂਟ ਆ ਅਸੀਂ ਦੇਖਿਆ ਸੀ 2016 ਦੇ ਵਿੱਚ ਓਬਾਮਾ ਐਂਡ ਟਰੂਡੋ ਦਾ ਕਾਫੀ ਵਧੀਆ ਰਿਲੇਸ਼ਨਸ਼ਿਪ ਸੀਗਾ ਸੋ ਜੇ ਉਹ ਮਿਸਟਰ ਬਾਈਡਨ ਜਿੱਤਦੇ ਆ ਮੇਰਾ ਖਿਆਲ ਕੈਨੇਡਾ ਲਈ ਇਹ ਵਧੀਆ ਡਿਸੀਜਨ ਹੋ ਸਕਦਾ ਜੇ ਲਿਬਰਲਸ ਹਜੇ ਕੰਟੀਨਿਊ ਕਰਦੇ ਆ ਵੀ ਉਹਨਾਂ ਦਾ ਵਧੀਆ ਰਿਲੇਸ਼ਨਸ਼ਿਪ ਹੋ ਸਕਦਾ ਐਂਡ ਕੈਮਲਾ ਦਾ ਐਕਚੁਅਲੀ ਉਹਨਾਂ ਨੇ ਹਾਈ ਸਕੂਲ ਕੈਨੇਡਾ ਦੇ ਵਿੱਚ ਕੀਤਾ ਸੀ ਉਹਨਾਂ ਨੇ ਮੌਂਟਰੀਅਲ ਦੇ ਵਿੱਚ ਹਾਈ ਸਕੂਲ ਪੜ੍ਹੇ ਸੀ ਸੋ ਸ਼ਾਇਦ ਉਹ ਵੀ ਥੋੜਾ ਜਿਹਾ ਉਹਨਾਂ ਨੂੰ ਫਰਕ ਹੋਊਗਾ ਵੀ ਉਹਨਾਂ ਨੂੰ ਉਹ ਫੌਂਡਨੈਸ ਹੋਊਗਾ ਕੈਨੇਡਾ ਲਈ ਵੀ ਵਧੀਆ ਰਿਲੇਸ਼ਨਸ਼ਿਪ ਹੋ ਸਕੇ ਦ ਲਾਸਟ ਥਿੰਗ ਹੁਣ ਕਮਲਾ ਜਿਹੜੀ ਹੈ ਅੱਧੇ ਸਿਆਹ ਮੂਲ ਦੇ ਨਾਲ ਹੈਗੇ ਨੇ ਅੱਧੇ ਆਪਣੇ ਹਿੰਦੁਸਤਾਨੀ ਭਾਈਚਾਰੇ ਦੇ ਨਾਲ ਜਿਹੜੇ ਸਿੱਖ ਭਾਈਚਾਰਾ ਆਪਣਾ ਇਸ ਟਾਈਮ ਹੈਗਾ ਉਹਨਾਂ ਦਾ ਨਜ਼ਰੀਆ ਕਮਲਾ ਪ੍ਰਤੀ ਕੀ ਹੈ ਸਿੱਖ ਭਾਈਚਾਰਾ ਸਿੱਖ ਕਮਿਊਨਿਟੀ ਆਪਣੀ ਉਹ ਕਮਲਾ ਨੂੰ ਕਿਸ ਤਰ੍ਹਾਂ ਦੇਖਦੇ ਨੇ ਕੋਈ ਆਈਡੀਆ ਤੁਹਾਨੂੰ ਹੈ ਵੈਲ ਮੇਰਾ ਖਿਆਲ ਹੈ ਵੀ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਆ ਵੀ ਫਰਸਟ ਟਾਈਮ ਆ ਈਵਨ ਇੱਕ ਇੰਡੀਅਨ ਵੂਮਨ ਇੰਡੀਅਨ ਬੈਕਗ੍ਰਾਉਂਡ ਦੇ ਇੰਨੇ ਫਾਰ ਆ ਗਏ ਆ ਇੰਨੀ ਤਰੱਕੀ ਉਹਨਾਂ ਨੇ ਕੀਤੀ ਆ ਉਹ ਸਿੱਖ ਤਾਂ ਨਹੀਂ ਹੈਗੇ ਸ਼ਾਇਦ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਲਈ ਪ੍ਰਾਊਡ ਨਹੀਂ ਹੋ ਸਕਦੇ ਉਹ ਸਾਡੇ ਕੁੜੀਆਂ ਨੂੰ ਇਨਸਪਾਇਰ ਨਹੀਂ ਕਰ ਸਕਦੇ ਵੀ ਬਹੁਤ ਸਾਰੀਆਂ ਕੁੜੀਆਂ ਦੇਖ ਰਹੀਆਂ ਆ ਪੋਲਿਟਿਕਸ 'ਚ ਜਾਣਾ ਮੰਗਦੀਆਂ ਫਿਊਚਰ ਦੇ ਵਿੱਚ ਐਂਡ ਆਈ ਥਿੰਕ ਕਮਲਾ ਉਹ ਇੱਕ ਇਨਸਪੀਰੇਸ਼ਨ ਹੋਗੀ ਇੱਕ ਰੋਲ ਮਾਡਲ ਹੈ ਇੱਕ ਰੋਲ ਮਾਡਲ ਹੈ ਵੈਰੀ ਗੁੱਡ ਕੁੜੀਆਂ ਲਈ ਬਿਲਕੁਲ ਲੈਟਸ ਹੋਪ ਫॉर द बेस्ट नाउ yes ਹਾਂ ਹੁਣ ਬਾਕੀ ਤਾਂ 3 ਤਰੀਕ ਨੂੰ ਹੀ ਪਤਾ ਲੱਗੇਗਾ ਨਵੰਬਰ ਦੀ ਰਾਈਟ ਐਂਡ ਵੀ ਆਲ ਆਰ ਵੇਟਿੰਗ ਸਾਡੇ ਗਵਾਂਢੀਆਂ ਦੇ ਘਰੇ ਕੀ ਹੋ ਰਿਹਾ ਐਗਜ਼ੈਕਟਲੀ ਸਾਡੇ ਗਵਾਂਢੀ ਵੈਲ ਥੈਂਕ ਯੂ ਸੋ ਮਚ ਅਮਰਿਤ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਏ ਤੇ ਸਾਨੂੰ ਇੰਨੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਥੈਂਕ ਯੂ ਦੋਸਤੋ ਕਮਾਲਾ ਡੇਵੀ ਹੈਰਿਸ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈਗਾ ਹੁਣ ਇਲੈਕਸ਼ਨਸ ਕੀ ਕਹਿੰਦੀਆਂ ਨੇ ਇਹ ਅੱਗੇ ਚੱਲ ਕੇ ਜ਼ਰੂਰ ਦੇਖਾਂਗੇ ਲੇਕਿਨ ਇਸ ਟਾਈਮ ਲਈ ਜਿਸ ਤਰ੍ਹਾਂ ਕਿ ਹੁਣੇ ਨੈਬ ਨੇ ਦੱਸਿਆ ਹੈਗਾ ਜੇ ਹਲੇ ਬਾਕੀ ਪਿਛਲੀਆਂ ਗੱਲਾਂ ਵੀ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਪੋਲੀਟੀਸ਼ੀਅਨ ਉੱਪਰ ਆਉਂਦਾ ਹੈ ਜਦੋਂ ਵੀ ਕੋਈ ਕੈਂਡੀਡੇਟ ਉੱਪਰ ਆਉਂਦਾ ਹੈ ਉਹਦੀ ਬੇਸਿਕਲੀ ਸਾਰੇ ਪੋਤੜੇ ਫਰੋਲਣ ਵਾਲੀ ਗੱਲ ਹੁੰਦੀ ਹੈ ਪਿਛਲੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਨੂੰ ਦੇਖ ਕੇ ਕਿਵੇਂ ਮਹਿਸੂਸ ਕਰਦੀ ਹੈ ਤੇ ਕਿਉਂ ਮਹਿਸੂਸ ਕਰਦੀ ਹੈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਪੋਜ਼ਿਟਿਵਿਟੀ ਸਿਰਫ ਇੰਨੀ ਹੈ ਕਿ ਉਹ ਬਹੁਤ ਸਾਰੀਆਂ ਲੇਡੀਜ਼ ਦੇ ਲਈ ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਲਈ ਇੱਕ ਰੋਲ ਮਾਡਲ ਹੈ ਛੋਟੀ ਜਿਹੀ ਚੀਜ਼ ਦੀ ਅਚੀਵਮੈਂਟ ਕਰਨੀ ਉਹ ਬਹੁਤ ਔਖੀ ਹੈ ਤੇ ਜਦੋਂ ਇੱਕ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਵਾਸਤੇ ਇੱਕ ਵਾਰੀ ਦੌੜ ਲਗਾਉਣੀ ਤੇ ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਸ਼ੀਅਲ ਦੇ ਜਿਹੜੀ ਸੀਟ ਹੈ ਉਹਦੇ ਵਾਸਤੇ ਨਾਮਜ਼ਦ ਹੋਣਾ ਬਹੁਤ ਵੱਡੀ ਗੱਲ ਹੈ ਸੋ ਸੱਚੀ-ਮੁੱਚੀ ਪ੍ਰਾਊਡ ਵਾਲੀ ਗੱਲ ਹੈ ਤੇ ਰਿਜ਼ਲਟ ਤਾਂ ਅਸੀਂ ਨਹੀਂ ਦੱਸ ਸਕਦੇ ਜੀ ਉਹ ਤਾਂ ਸਮਾਂ ਦੱਸੇਗਾ ਬਟ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਹੁਣੇ ਵਾਪਸ ਆਉਣੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ